ਅੱਜ ਦਾ ਦਿਨ ਜੋ 3 ਜੂਨ ਹੈ 1984 ਨੂੰ ਜਦੋਂ ਯਾਦ ਕਰਦੇ ਆ, ਅੱਜ ਯਾਦ ਕੀਤਾ ਜਾ ਰਿਹਾ ਹੈ। ਅਗਲੇ 3 ਦਿਨ ਜਿਹੜੇ ਆ ਬਹੁਤ ਹੀ ਇਸ ਤਰ੍ਹਾਂ ਦੇ ਨੇ ਕਿ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡੀ ਪੀੜ ਢੀਸ ਉੱਠਦੀ ਹੈ। ਪੰਜਾਬ ਦੇ ਵਿੱਚ ਖਾੜਕੂਵਾਦ ਬਹੁਤ ਹੀ ਨਿਰਦੋਸ਼ ਲੋਕ ਮਾਰੇ ਗਏ, ਪੁਲਿਸ ਦੇ ਵਿੱਚ ਵੀ ਮਾਰੇ ਗਏ, ਪੁਲਿਸ ਵਾਲਿਆਂ ਨੇ ਵੀ ਮਾਰੇ। ਦੂਸਰੇ ਪਾਸਿਓਂ ਖਾੜਕੂ ਲਹਿਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਬਹੁਤ ਘਰਾਂ ਦੇ ਘਰ ਵੀ ਉਜਾੜੇ। ਇਸ ਢੰਗ ਨਾਲ ਕਾਰਵਾਈ ਕੀਤੀ, ਲੰਮਾ ਸਮਾਂ ਤਿਆਰੀ ਕਰਦੇ ਰਹੇ ਔਰ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ, ਔਰ ਅਚਾਨਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਕਿ ਇੱਥੋਂ ਅੱਤਵਾਦੀਆਂ ਨੂੰ ਕੱਢਣਾ ਹੈ। ਇਸ ਹਿਸਾਬ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਲੋਕਾਂ ਦੇ ਮਨ ਵਲੂੰਧਰੇ ਗਏ। ਉਸ ਨੇ ਸਮੁੱਚੇ ਪੰਜਾਬ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ। ਜਿਨ੍ਹਾਂ ਲੋਕਾਂ ਨੇ ਉਸ ਵਕਤ ਅਸਤੀਫੇ ਦਿੱਤੇ ਸਰਕਾਰ ਤੋਂ, ਉਹ ਫਿਰ ਉਸੇ ਪਾਰਟੀ ਦੇ ਵਿੱਚ ਵਾਪਸ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਬਾਰੇ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਉਸ ਵਕਤ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ। ਅੱਜ ਫਿਰ ਉਹ ਕਾਂਗਰਸ ਪਾਰਟੀ ਦੇ ਹੀ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਵਿੱਚ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ, ਕਿਉਂਕਿ ਉਹਨੇ ਇੱਥੇ ਆ ਕੇ ਬਹੁਤ ਵੱਡਾ ਨੁਕਸਾਨ ਕੀਤਾ ਸੀ, ਉਸ ਤੋਂ ਬਾਅਦ ਇਹ ਘਟਨਾ ਵਾਪਰੀ ਸੀ। 37 ਵਰ੍ਹੇ ਹੋ ਗਏ। ਜੋ ਸਦੀਆਂ ਤੋਂ ਹਿੰਦੂ ਸਿੱਖਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਇੱਕ ਰਵਾਇਤ ਬਣੀ ਹੈ ਇਕੱਠੇ ਰਹਿਣ ਦੀ, ਉਹ ਕੁਝ ਸਮੇਂ ਲਈ ਉਸ ਵਕਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਏਜੰਸੀਆਂ ਵੱਲੋਂ, ਲੇਕਿਨ ਅੱਜ ਫਿਰ ਇਹ ਸਾਡੇ ਸਾਹਮਣੇ ਆ ਕਿ ਉਸੇ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਜੋ ਪਹਿਲਾਂ ਸੀਗਾ। ਇਹ ਖੇਡਾਂ ਖੇਡੀ ਜਾਂਦੇ ਨੇ, ਇਹ ਬੇਅਦਬੀ ਤੇ ਖੇਡਣ ਲੱਗੇ, ਉਹ ਚਰਾਸੀ ਤੇ ਖੇਡੀ ਜਾਂਦੇ ਨੇ। ਬਾਕੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ ਜੀ। ਭ੍ਰਿਸ਼ਟਾਚਾਰ ਬੜੈਚ ਸਾਹਿਬ, ਭ੍ਰਿਸ਼ਟਾਚਾਰ ਦੇ ਉੱਪਰ ਕਾਨੂੰਨ ਬਣਾਉਣਾ ਤਾਂ ਖੁਦ ਭ੍ਰਿਸ਼ਟ ਨੇ ਜੀ। ਬਹੁਤ ਸਾਰੇ ਲੋਕਾਂ ਦਾ ਉਸ ਵਕਤ ਪਤਾ ਹੀ ਨਹੀਂ ਲੱਗਿਆ ਕਿੱਥੇ ਗਾਇਬ ਹੋ ਗਏ, ਹਾਲੇ ਤੱਕ ਵੀ ਉਹਨਾਂ ਦਾ ਨਹੀਂ ਪਤਾ ਹੈ। ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੇ, ਜ਼ਿੰਦਗੀਆਂ ਬਰਬਾਦ ਹੋ ਗਈਆਂ, ਘਰ ਬਰਬਾਦ ਹੋ ਗਏ। ਸਰਕਾਰਾਂ ਨੇ ਸਾਨੂੰ ਦਿੱਤਾ ਕੀ? ਸਰਕਾਰਾਂ ਦੇਸ਼ ਦੇ ਲਈ ਇਸ ਖਿੱਤੇ ਨੇ ਬਹੁਤ ਵੱਡੀ ਆਜ਼ਾਦੀ ਦੇ ਵੇਲੇ ਕੁਰਬਾਨੀ ਦਿੱਤੀ। ਖੁਰਾਕ ਦੇ ਮਸਲੇ ਦੇ ਵਿੱਚ ਭੁੱਖ ਨੰਗ ਚੋਂ ਕੱਢਿਆ। ਇਸ ਖਿੱਤੇ ਨੂੰ ਮਿਲਿਆ ਕੀ ਹੈ, ਇਹ ਅੱਜ ਸਾਰਿਆਂ ਦੇ ਸਾਹਮਣੇ। ਇਸੇ ਦਾ ਹੀ ਤਾਂ ਦੁੱਖ ਹੈ ਜਦੋਂ ਗੱਲ ਹੁੰਦੀ ਹੈ। ਹੁਣ ਤੱਕ ਵੇਖੋ 47 ਤੋਂ ਲੈ ਕੇ ਕਿੰਨਾ ਖੂਨ ਖਰਾਬਾ ਹੋਇਆ। ਸਰਕਾਰਾਂ ਬਦਲਦੀਆਂ ਰਹੀਆਂ ਨੇ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ। ਦੇਸ਼ ਦਾ ਬਹੁਤਾ ਪੈਸਾ ਘਪਲਿਆਂ ਦੇ ਵਿੱਚ ਚਲਿਆ ਗਿਆ, ਔਰ ਘਪਲੇ ਵੀ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਏ ਸੀ। ਪਹਿਲੇ ਘਪਲਾ ਡਿਫੈਂਸ ਦੇ ਵਿੱਚ ਹੋਇਆ। ਸਾਰੇ ਲੋਕਾਂ ਨੇ ਪੈਸੇ ਹਜਮ ਕਰ ਲਏ, ਆਪਣੀਆਂ ਜਾਇਦਾਦਾਂ ਬਣਾ ਲਈਆਂ, ਕਿਸੇ ਨੂੰ ਕੁਝ ਨਹੀਂ ਹੋਇਆ। ਸਰਕਾਰਾਂ ਵਿਰੋਧ ਵਿੱਚ ਹੁੰਦੀਆਂ ਨੇ। ਲਾਲੂ ਪ੍ਰਸ਼ਾਦ ਨੂੰ ਤਾਂ ਅੰਦਰ ਭੇਜਿਆ ਕਿਉਂਕਿ ਉਹਦੀ ਕਿਸੇ ਪਾਰਟੀ ਨਾਲ ਬਣਦੀ ਨਹੀਂ ਸੀ। ਇਸੇ ਤਰ੍ਹਾਂ ਓਪੀ ਚੌਟਾਲਾ ਨੂੰ ਭੇਜਿਆ, ਜੈ ਲਲਿਤਾ ਨੂੰ ਭੇਜਿਆ, ਕੇ ਰਾਜਾ ਨੂੰ ਭੇਜਿਆ। ਸਰਕਾਰ ਅਗਰ ਚਾਹੁੰਦੀ ਸੀ ਕਿ ਪੰਜਾਬ ਦਾ ਭਲਾ ਹੁੰਦਾ ਤਾਂ ਉਹਦੇ ਕੋਲੇ ਹੋਰ ਬੜੇ ਢੰਗ ਤਰੀਕੇ ਸੀ। ਜੋ ਲੋਕ ਉੱਥੇ ਨਿਰਦੋਸ਼ ਮਾਰੇ ਗਏ, ਜਿਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ, ਉਹਨਾਂ ਦੀ ਬੁਰੀ ਹਾਲਤ ਕੀਤੀ ਗਈ। ਕੋਈ ਤਸਵੀਰਾਂ ਬਾਹਰ ਆਈਆਂ, ਉਹਨਾਂ ਤੋਂ ਪਤਾ ਲੱਗਦਾ ਕਿ ਕਿਵੇਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜੀ ਵੀ ਮਾਰੇ ਗਏ। ਉੱਥੇ ਅੰਦਰ ਹੈ ਤੇ ਉਹ ਵੀ ਸਾਡੇ ਦੇਸ਼ ਵਾਸੀ ਸੀਗੇ, ਪਰ ਉਹ ਮਜਬੂਰੀ ਵਾਸਤੇ, ਡਿਊਟੀ ਵਾਸਤੇ ਉੱਥੇ ਵਾੜੇ ਗਏ, ਔਰ ਇਹ ਦੁੱਖ ਦੀ ਗੱਲ ਸੀ। ਪੰਜਾਬ ਦੇ ਵਿੱਚ ਜੋ ਕਾਟੋ ਕਲੇਸ਼ ਚੱਲਿਆ ਹੋਇਆ ਕਾਂਗਰਸ ਪਾਰਟੀ ਦੇ ਵਿੱਚ, ਔਰ ਉਹਦਾ ਫਾਇਦਾ ਦੂਸਰੀਆਂ ਪਾਰਟੀਆਂ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਕਾਂਗਰਸ ਪਾਰਟੀ MLAs ਦੇ ਬੱਚਿਆਂ ਨੂੰ DSP ਤੇ ਤਹਿਸੀਲਦਾਰ ਲੜ ਰਹੀ ਹੈ। ਤੁਹਾਡੇ ਸਾਰਿਆਂ ਦਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਬੜਾ ਇੱਕ ਮਹੱਤਵਪੂਰਨ ਦਿਨ ਹੈ। ਅੱਜ ਤੋਂ 37 ਵਰ੍ਹੇ ਪਹਿਲਾਂ ਪੰਜਾਬ ਅੱਜ ਦੇ ਦਿਨ ਸੁੰਨ ਹੋਇਆ ਪਿਆ ਸੀ, ਜਦੋਂ ਸ਼੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜਾਂ ਵੱਲੋਂ ਹਮਲੇ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੋਈ ਸੀ, ਔਰ ਇਸ ਦੇ ਨਾਲ ਬਹੁਤ ਕੁਝ ਬਦਲਿਆ ਉਸ ਤੋਂ ਬਾਅਦ। ਔਰ ਹੁਣ ਤੱਕ ਦੀਆਂ ਜੇ ਸਥਿਤੀਆਂ ਨੂੰ ਅਸੀਂ ਵੇਖੀਏ ਤਾਂ ਇਸ ਸਮੇਂ ਦੇ ਦੌਰਾਨ ਰਾਜਨੀਤੀ ਦੇ ਵਿੱਚ ਕਿੰਨਾ ਵੱਡਾ ਨਿਗਾਰ ਆਇਆ। ਭ੍ਰਿਸ਼ਟਾਚਾਰ ਵਧਿਆ ਹੈ, ਭਾਈ ਭਤੀਜਾਵਾਦ ਵਧਿਆ ਹੈ, ਪਰਿਵਾਰਵਾਦ ਵਧਿਆ ਹੈ। ਇਹਨਾਂ ਵਿਸ਼ਿਆਂ ਤੇ ਆਪਾਂ ਗੱਲ ਕਰਾਂਗੇ, ਪਰ ਇੱਕ ਹੋਰ ਅਸੀਂ ਅੱਜ ਗੱਲ ਕਰਨੀ ਚਾਹਾਂਗੇ ਕਿ ਇਸ ਸਮੇਂ ਦੇ ਦੌਰਾਨ ਸਭ ਤੋਂ ਵੱਧ ਅਗਰ ਲੋਕ ਤੰਗ ਨੇ ਤਾਂ ਉਹ ਨੇ ਭ੍ਰਿਸ਼ਟਾਚਾਰ ਤੋਂ। ਹਰ ਮਹਿਕਮੇ ਦੇ ਵਿੱਚ ਭ੍ਰਿਸ਼ਟਾਚਾਰ ਹੈ। ਕੋਈ ਵੀ ਕੰਮ ਬਿਨਾਂ ਪੈਸੇ ਤੋਂ ਨਹੀਂ ਹੁੰਦਾ।
ਸੋ ਰਾਜਨੀਤੀ ਵਿੱਚ ਵੀ ਇਹ ਗੱਲ ਇਸ ਕਰਕੇ ਆ ਜਾਂਦੀ ਹੈ ਕਿ ਜਦੋਂ ਅਸੀਂ ਭਾਈ ਭਤੀਜਾਵਾਦ ਵਰਤਦੇ ਹਾਂ ਤਾਂ ਉਹ ਵੀ ਇੱਕ ਭ੍ਰਿਸ਼ਟਾਚਾਰ ਹੀ ਹੁੰਦਾ ਹੈ। ਇਹ ਨਹੀਂ ਕਿ ਸਿਰਫ ਪੈਸੇ ਲੈਣਾ ਤੇ ਪੈਸੇ ਦੇਣਾ ਹੀ ਜਿਹੜਾ ਉਹ ਰਿਸ਼ਵਤ ਹੈ। ਰਿਸ਼ਵਤ ਤੇ ਭ੍ਰਿਸ਼ਟਾਚਾਰ ਆਪਸ ਵਿੱਚ ਇਕੱਠੇ ਆ, ਔਰ ਭ੍ਰਿਸ਼ਟਾਚਾਰ ਦੀ ਕੈਨਵਸ ਬਹੁਤ ਵੱਡੀ ਹੈ, ਇਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਸੋ ਭ੍ਰਿਸ਼ਟਾਚਾਰ ਨੇ ਸਾਡੇ ਦੇਸ਼ ਨੂੰ ਕਿਵੇਂ ਲੀਹਾਂ ਤੋਂ ਲਾਇਆ, ਔਰ ਵਿਸ਼ਵ ਦੇ ਵਿੱਚ, ਏਸ਼ੀਆ ਦੇ ਵਿੱਚ ਕੀ ਸਥਿਤੀ ਹੈ ਸਾਡੀ, ਇਸ ਬਾਰੇ ਟਰਾਂਸਪੇਰੈਂਸੀ ਇੰਟਰਨੈਸ਼ਨਲ ਇੱਕ ਸੰਸਥਾ ਹੈ, ਉਸ ਦੇ ਫੈਕਟਸ ਦੇ ਆਧਾਰ 'ਤੇ ਅਸੀਂ ਇੱਕ ਛੋਟੀ ਜੀ ਵੀਡੀਓ ਤੁਹਾਡੇ ਲਈ ਬਣਾਈ ਹੈ। ਆਪਾਂ ਉਹ ਵੇਖਦੇ ਹਾਂ ਤੇ ਫਿਰ ਮੁੱਦਿਆਂ ਤੇ ਗੱਲ ਕਰਦੇ ਹਾਂ। ਭਾਰਤ ਨੂੰ ਸਭ ਤੋਂ ਵੱਡਾ ਰੋਗ ਹੈ ਭ੍ਰਿਸ਼ਟਾਚਾਰ ਦਾ। ਆਜ਼ਾਦੀ ਤੋਂ ਹੁਣ ਤੱਕ ਜਿੰਨੇ ਵੀ ਸਰਕਾਰੀ ਮਹਿਕਮਿਆਂ ਦੇ ਵਿੱਚ ਘਪਲੇ ਹੋਏ ਨੇ, ਜੇਕਰ ਉਹ ਪੈਸਾ ਦੇਸ਼ ਦੇ ਵਿਕਾਸ ਵਿੱਚ ਲੱਗਿਆ ਹੁੰਦਾ ਤਾਂ ਭਾਰਤ ਅੱਜ ਦੁਨੀਆ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਦੇ ਵਿੱਚ ਹੁੰਦਾ। ਕੋਈ ਵੀ ਨਾਗਰਿਕ ਭੁੱਖਾ ਨਾ ਸੌਣ ਲਈ ਮਜਬੂਰ ਹੁੰਦਾ, ਹਰ ਇੱਕ ਦੇ ਕੋਲ ਪੱਕਾ ਘਰ ਹੁੰਦਾ ਤੇ ਹਰ ਇੱਕ ਦੇ ਕੋਲ ਰੁਜ਼ਗਾਰ ਹੁੰਦਾ। ਸਾਡਾ ਮੁਲਕ ਵਿਸ਼ਵ ਇਮਾਨਦਾਰੀ ਦੀ ਲਿਸਟ ਦੇ ਵਿੱਚ 180 ਦੇਸ਼ਾਂ ਦੇ ਵਿੱਚੋਂ 86ਵੇਂ ਨੰਬਰ ਤੇ ਹੈ ਅਤੇ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਸਭ ਤੋਂ ਵੱਧ ਭ੍ਰਿਸ਼ਟਾਚਾਰ ਵਾਲਾ ਦੇਸ਼ ਹੈ। ਇਹ ਅੰਕੜੇ ਜਰਮਨੀ ਦੀ ਰਾਜਧਾਨੀ ਬਰਲਿਨ ਸਥਿਤ ਟਰਾਂਸਪੇਰੈਂਸੀ ਇੰਟਰਨੈਸ਼ਨਲ ਸੰਸਥਾ ਦੇ ਨੇ। ਇਮਾਨਦਾਰੀ ਵਿੱਚ ਸਭ ਤੋਂ ਪਹਿਲਾ ਨੰਬਰ ਆਸਟ੍ਰੇਲੀਆ ਦੇ ਦੱਖਣ ਵਿੱਚ ਘੁੱਗ ਵਸਦਾ ਮੁਲਕ ਨਿਊਜ਼ੀਲੈਂਡ ਹੈ ਅਤੇ ਦੂਜੇ ਨੰਬਰ ਤੇ ਜਰਮਨੀ ਤੇ ਨਾਰਵੇ ਦੇ ਵਿਚਕਾਰ ਵਸਦਾ ਡੈਨਮਾਰਕ ਹੈ। ਦੁਨੀਆ ਦੇ ਪਹਿਲੇ 11 ਮੁਲਕਾਂ ਦੇ ਵਿੱਚ ਏਸ਼ੀਆ ਦਾ ਸਿਰਫ ਇੱਕ ਦੇਸ਼ ਸਿੰਗਾਪੁਰ ਹੈ। ਇਹ ਸੱਚ ਹੈ ਕਿ ਭ੍ਰਿਸ਼ਟਾਚਾਰ ਉੱਪਰੋਂ ਸ਼ੁਰੂ ਹੁੰਦਾ ਹੈ। ਜੇਕਰ ਅਫਸਰ ਇਮਾਨਦਾਰ ਹੋਵੇ ਤਾਂ ਹੇਠਲੇ ਕਰਮਚਾਰੀਆਂ ਦੀ ਹਿੰਮਤ ਨਹੀਂ ਪੈਂਦੀ ਰਿਸ਼ਵਤ ਲੈਣ ਦੀ। ਲੋੜ ਤਾਂ ਇਸ ਗੱਲ ਦੀ ਹੈ ਕਿ ਜੇਕਰ ਸਰਕਾਰਾਂ ਸਾਫ਼ ਸੁਥਰੀਆਂ ਹੋਣਗੀਆਂ ਤਾਂ ਹੀ ਸਿਸਟਮ ਸੈੱਟ ਹੋਏਗਾ। 1947 ਤੋਂ ਮਗਰੋਂ 1 ਸਾਲ ਬਾਅਦ ਹੀ ਜੀਪ ਸਕੈਂਡਲ ਹੋ ਗਿਆ ਸੀ। ਇੰਗਲੈਂਡ ਦੇ ਵਿੱਚ ਭਾਰਤੀ ਹਾਈ ਕਮਿਸ਼ਨਰ ਕ੍ਰਿਸਟਨ ਮੈਨਨ ਨੇ ਬਿਨਾਂ ਕਿਸੇ ਅਥਾਰਟੀ ਤੋਂ ਭਾਰਤੀ ਫੌਜ ਲਈ ਇੰਗਲੈਂਡ ਦੀ ਇੱਕ ਹਲਕੀ ਜਿਹੀ ਕੰਪਨੀ ਨੂੰ ਪੁਰਾਣੀਆਂ 2000 ਜੀਪਾਂ ਨੂੰ ਰੰਗ ਰੋਗਨ ਕਰਕੇ ਭਾਰਤ ਨੂੰ ਵੇਚਣ ਦਾ ਆਰਡਰ ਦੇ ਦਿੱਤਾ। ਬਾਅਦ ਵਿੱਚ ਨਹਿਰੂ ਨੇ ਮੈਨਨ ਨੂੰ ਮੰਤਰੀ ਵੀ ਬਣਾ ਦਿੱਤਾ ਸੀ। ਰਾਜਨੀਤੀ ਹੀ ਭ੍ਰਿਸ਼ਟਾਚਾਰ ਨੂੰ ਥਾਪੜਾ ਦਿੰਦੀ ਹੈ। ਕਿੰਜ ਹੋਵੇ ਭਾਰਤ ਭ੍ਰਿਸ਼ਟਾਚਾਰ ਮੁਕਤ, ਵੱਡਾ ਸਵਾਲ ਹੈ। ਆਓ ਕਰਦੇ ਹਾਂ ਚਰਚਾ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਵਿੱਚ ਇਸ ਮੁੱਦੇ ਦੇ ਨਾਲ ਜੁੜੇ ਕੁਝ ਹੋਰ ਮੁੱਦਿਆਂ ਤੇ। ਸੋ ਤੁਸੀਂ ਇਹ ਛੋਟਾ ਜਿਹਾ ਕਲਿੱਪ ਵੇਖਿਆ, ਇਹਦੇ ਨਾਲ ਗੱਲ ਕਰਾਂਗੇ ਆਪਾਂ। ਸਾਡੇ ਇਹ ਪ੍ਰੋਗਰਾਮ ਤੁਸੀਂ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਗਲੋਬਲ ਪੰਜਾਬ ਟੀਵੀ ਦੇ ਵੇਖ ਸਕਦੇ ਹੋ, ਰੁਕੂ, ਐਮਾਜ਼ੋਨ ਫਾਇਰ ਟੀਵੀ ਤੇ ਇਸ ਦੇ ਨਾਲ ਐਪਲ ਦੇ ਲਈ ਤੁਸੀਂ ਆਪਣੇ ਆਈਫੋਨ ਦੇ ਉੱਤੇ ਇਹ ਸਾਡੀ ਐਪ ਡਾਊਨਲੋਡ ਕਰ ਸਕਦੇ ਹੋ, ਐਂਡਰਾਇਡ ਫੋਨਸ ਦੇ ਉੱਤੇ ਪਲੇ ਸਟੋਰ ਤੋਂ ਕਰ ਸਕਦੇ ਹੋ। ਤੇ ਇਸ ਵਕਤ ਫੇਸਬੁੱਕ ਤੇ ਵੀ ਇਹ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ, ਚੈਨਲ ਪੰਜਾਬੀ ਤੇ ਤੁਸੀਂ ਵੇਖ ਰਹੇ ਹੋ। ਸਾਡੀਆਂ ਵੱਖ-ਵੱਖ ਵੈਬਸਾਈਟਸ ਦੇ ਉੱਤੇ ਇਹ ਪ੍ਰੋਗਰਾਮ ਤੁਸੀਂ ਵੇਖ ਸਕਦੇ ਹੋ ਤੇ ਬਾਅਦ ਦੇ ਵਿੱਚ ਇਹ ਪ੍ਰੋਗਰਾਮ YouTube ਦੇ ਉੱਤੇ ਵੀ ਹੈਲੋ ਗਲੋਬਲ ਪੰਜਾਬ ਅਪਲੋਡ ਹੁੰਦਾ, ਉਹਨੂੰ ਵੇਖ ਸਕਦੇ ਹੋ। ਇਸ ਦੇ ਨਾਲ ਬਾਕੀ ਪ੍ਰੋਗਰਾਮ ਵੇਖਣ ਲਈ ਇਹਨਾਂ ਐਪਸ ਨੂੰ ਆਪਣੇ ਫੋਨ ਤੇ ਡਾਊਨਲੋਡ ਕਰੋ ਤੇ ਸਾਡੇ ਪ੍ਰੋਗਰਾਮ ਵੇਖਦੇ ਰਹੋ, ਸ਼ੇਅਰ ਵੀ ਕਰਦੇ ਰਹੋ। ਪਹਿਲਾਂ ਗੱਲ ਸ਼ੁਰੂ ਕਰਦੇ ਹਾਂ ਆਪਾਂ ਇਸ ਤੋਂ ਕਿ ਅੱਜ ਦਾ ਦਿਨ ਜੋ 3 ਜੂਨ ਹੈ 1984 ਨੂੰ ਜਦੋਂ ਯਾਦ ਕਰਦੇ ਹਾਂ, ਅੱਜ ਯਾਦ ਕੀਤਾ ਜਾ ਰਿਹਾ ਹੈ। ਅਗਲੇ 3 ਦਿਨ ਜਿਹੜੇ ਆ ਬਹੁਤ ਹੀ ਇਸ ਤਰ੍ਹਾਂ ਦੇ ਨੇ ਕਿ ਲੋਕਾਂ ਦੇ ਮਨਾਂ ਵਿੱਚ ਬਹੁਤ ਵੱਡੀ ਪੀੜ ਟੀਸ ਉੱਠਦੀ ਹੈ ਕਿ 1984 ਦੇ ਵਿੱਚ ਹੋਇਆ। ਬਹੁਤ ਹੀ ਉਸ ਦਾ ਜੋ ਪਿਛਲਾ ਸਮਾਂ ਸੀ 84 ਤੋਂ, ਸਰਕਾਰਾਂ, ਰਾਜਨੀਤੀ ਪਾਰਟੀਆਂ ਤੇ ਪੰਜਾਬ ਦੇ ਵਿੱਚ ਖਾੜਕੂਵਾਦ, ਬਹੁਤ ਹੀ ਨਿਰਦੋਸ਼ ਲੋਕ ਮਾਰੇ ਗਏ, ਪੁਲਿਸ ਦੇ ਵਿੱਚ ਵੀ ਮਾਰੇ ਗਏ, ਪੁਲਿਸ ਵਾਲਿਆਂ ਨੇ ਵੀ ਮਾਰੇ। ਦੂਸਰੇ ਪਾਸਿਓਂ ਖਾੜਕੂ ਲਹਿਰ ਦੇ ਵਿੱਚ ਵੀ ਬਹੁਤ ਸਾਰੇ ਲੋਕ ਸ਼ਾਮਲ ਹੋਏ ਜਿਨ੍ਹਾਂ ਨੇ ਬਹੁਤ ਘਰਾਂ ਦੇ ਘਰ ਵੀ ਉਜਾੜੇ, ਔਰ ਨਾਲ ਦੀ ਨਾਲ ਉੱਧਰ ਤੇ ਇੱਧਰ ਦੋਨੋਂ ਪਾਸੇ ਲੜਾਈ ਚੱਲੀ, ਮਾਰੇ ਗਏ ਗਰੀਬ ਲੋਕ ਵਿਚਾਰੇ, ਪਿੰਡਾਂ ਵਾਲੇ, ਸ਼ਹਿਰਾਂ ਵਾਲੇ, ਨਿਰਦੋਸ਼ ਲੋਕ। ਲੇਕਿਨ ਸਰਕਾਰ ਨੇ ਰਾਜਨੀਤੀ ਨੂੰ ਅੱਗੇ ਰੱਖਦੇ, ਕੇਂਦਰ ਸਰਕਾਰ ਵਿੱਚ ਇੰਦਰਾ ਗਾਂਧੀ ਦੀ ਸਰਕਾਰ ਸੀ ਤੇ ਉਹਨੇ ਲੰਮਾ ਸਮਾਂ ਪਾਰਟੀਆਂ ਨੂੰ ਪੰਜਾਬ ਦੇ ਵਿੱਚ ਸਾਡੇ ਮਸਲੇ ਉਲਝਾਈ ਰੱਖੇ ਤੇ ਫਿਰ ਇਸ ਢੰਗ ਨਾਲ ਕਾਰਵਾਈ ਕੀਤੀ। ਲੰਮਾ ਸਮਾਂ ਤਿਆਰੀ ਕਰਦੇ ਰਹੇ ਔਰ ਪਤਾ ਨਹੀਂ ਲੱਗਣ ਦਿੱਤਾ ਕਿਸੇ ਨੂੰ ਵੀ, ਔਰ ਅਚਾਨਕ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਕਿ ਇੱਥੋਂ ਅੱਤਵਾਦੀਆਂ ਨੂੰ ਕੱਢਣਾ ਹੈ। ਹਾਲਾਂਕਿ ਉੱਥੇ ਅੰਦਰ ਸਥਿਤੀ ਬਹੁਤ ਖਰਾਬ ਸੀ ਉਸ ਸਮੇਂ ਦੇ ਦੌਰਾਨ, ਸਾਰੇ ਜਾਣਦੇ ਆ, ਪਰ ਜਿਸ ਹਿਸਾਬ ਨਾਲ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਲੋਕਾਂ ਦੇ ਮਨ ਵਲੂੰਦਰੇ ਗਏ,
ਉਸ ਨੇ ਸਮੁੱਚੇ ਪੰਜਾਬ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੱਤਾ ਔਰ ਉਹ ਹਰ ਸਾਲ ਇਸ ਨੂੰ ਇਹਨਾਂ ਦਿਨਾਂ ਦੇ ਵਿੱਚ ਯਾਦ ਕੀਤਾ ਜਾਂਦਾ ਕਿਉਂਕਿ ਉਹ ਜ਼ਖਮੀ ਐਸੇ ਨੇ ਕਿ ਉਹਨਾਂ ਨੂੰ ਕੋਈ ਵੀ ਭੁੱਲ ਨਹੀਂ ਸਕਦਾ। ਦਰਬਾਰ ਸਾਹਿਬ ਨਾਲ ਹਿੰਦੂ, ਮੁਸਲਮਾਨ, ਸਿੱਖ ਸਾਰੇ ਉਨੇ ਹੀ ਜੁੜੇ ਹੋਏ ਆ। ਜਿੰਨਾ ਕੋਈ ਵਿਅਕਤੀ ਉਸ ਨੂੰ ਸ਼ਰਧਾ ਦੇ ਨਾਲ ਮੱਥਾ ਟੇਕਦਾ ਉਨੀ ਉਹਦੀ ਸ਼ਰਧਾ ਉੱਥੇ ਬਣਦੀ ਹੈ। ਖੈਰ, ਇਹ ਲੰਮਾ ਇਤਿਹਾਸ, ਇਹਦੇ ਵਿੱਚੋਂ ਬੜਾ ਕੁਝ ਨਿਕਲਿਆ ਔਰ ਚੱਲਦੇ ਚੱਲਦੇ ਅਸੀਂ ਕਿੱਥੇ ਪਹੁੰਚੇ। ਜਿਨ੍ਹਾਂ ਲੋਕਾਂ ਨੇ ਉਸ ਵਕਤ ਅਸਤੀਫੇ ਦਿੱਤੇ ਸਰਕਾਰ ਤੋਂ, ਉਹ ਫਿਰ ਉਸੇ ਪਾਰਟੀ ਦੇ ਵਿੱਚ ਵਾਪਸ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਬਾਰੇ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਉਸ ਵਕਤ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੱਤਾ। ਅੱਜ ਫਿਰ ਉਹ ਕਾਂਗਰਸ ਪਾਰਟੀ ਦੇ ਹੀ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਵਿੱਚ। ਰਾਜਨੀਤੀ ਬੜੀ ਬਦਲਦੀ ਰਹੀ ਔਰ ਉਸ ਸਮੇਂ ਤੋਂ ਬਾਅਦ ਲੰਮਾ ਸਮਾਂ ਕਾਂਗਰਸ ਦਾ ਰਾਜ ਵੀ ਰਿਹਾ। ਜੇ ਅਸੀਂ ਆਜ਼ਾਦੀ ਤੋਂ ਬਾਅਦ ਵੀ ਕਰੀਏ ਤਾਂ ਲੰਮਾ ਸਮਾਂ ਭਾਰਤ 'ਤੇ ਕਾਂਗਰਸ ਨੇ ਰਾਜ ਕੀਤਾ ਔਰ ਕਾਂਗਰਸ ਦੇ ਦੌਰਾਨ ਹੀ ਬਹੁਤ ਵੱਡੇ ਵੱਡੇ ਸਕੈਂਡਲਸ ਸਾਡੇ ਸਾਹਮਣੇ ਆਏ ਨੇ ਔਰ ਉਹਨਾਂ ਸਕੈਂਡਲਾਂ ਦੇ ਨੂੰ ਲੰਮਾ ਸਮਾਂ ਲੱਗ ਗਿਆ ਅਦਾਲਤਾਂ ਦੇ ਵਿੱਚ ਚੱਲਦਿਆਂ। ਕਿਸੇ ਨੂੰ ਕਿਤੇ ਕੋਈ ਇਨਸਾਫ ਨਹੀਂ ਮਿਲਿਆ ਔਰ ਹੁਣ ਤੱਕ ਜੋ ਪੰਜਾਬ ਨਾਲ ਵੀ ਜੁੜੇ ਹੋਏ ਮਸਲੇ ਨੇ ਉਹਨਾਂ 'ਤੇ ਵੀ ਕੇਂਦਰ ਵੱਲੋਂ ਇਨਸਾਫ ਨਹੀਂ ਹੋਇਆ। ਚਾਹੇ ਉਹ ਪਾਣੀਆਂ ਦਾ ਮਸਲਾ ਹੈ, ਚਾਹੇ ਬੋਲੀ ਦਾ ਮਸਲਾ ਹੈ, ਚਾਹੇ ਇਲਾਕਿਆਂ ਦਾ ਮਸਲਾ ਹੈ, ਵੱਧ ਅਧਿਕਾਰਾਂ ਦਾ ਮਸਲਾ ਹੈ। ਸਾਰੇ ਮਸਲੇ ਉਸੇ ਤਰ੍ਹਾਂ ਲਟਕੇ ਪਏ ਨੇ ਔਰ ਨਵੇਂ ਮਸਲੇ ਸ਼ੁਰੂ ਹੁੰਦੇ ਨੇ। ਜਿਵੇਂ ਕਿ ਤੁਸੀਂ ਦੇਖਿਆ ਕਿ 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਜੁੜ ਗਿਆ ਔਰ ਅੱਜ ਹੋਰ ਮਸਲੇ ਉਲਝ ਗਏ। ਜੋ ਲੋਕਾਂ ਦੀਆਂ ਅਸਲੀ ਦੁੱਖ ਤਕਲੀਫਾਂ ਉਹਨਾਂ ਵੱਲ ਧਿਆਨ ਸਰਕਾਰਾਂ ਨੇ ਬਦਲਾ ਦਿੱਤਾ ਔਰ ਦੂਸਰੇ ਪਾਸੇ ਰਾਜਨੀਤੀ ਨੂੰ ਕਰ ਦਿੱਤਾ। ਔਰ ਇਹਨਾਂ ਦਿਨਾਂ ਦੇ ਵਿੱਚ ਵੀ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਦੇ ਵਿੱਚ ਜੋ ਕਾਟੋ ਕਲੇਸ਼ ਚੱਲਿਆ ਹੋਇਆ ਕਾਂਗਰਸ ਪਾਰਟੀ ਦੇ ਵਿੱਚ ਔਰ ਉਹਦਾ ਫਾਇਦਾ ਦੂਸਰੀਆਂ ਪਾਰਟੀਆਂ ਉਠਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਦੇ ਵਿੱਚ ਵੀ ਮੁੱਦਾ ਇਹ ਸਾਹਮਣੇ ਆ ਗਿਆ, ਭ੍ਰਿਸ਼ਟਾਚਾਰ ਨਾਲ ਹੀ ਜੁੜਿਆ ਹੋਇਆ, ਕਿ ਆਪਣੇ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਕਾਂਗਰਸ ਪਾਰਟੀ MLAs ਦੇ ਬੱਚਿਆਂ ਨੂੰ DSP ਤੇ ਤਹਿਸੀਲਦਾਰ ਲੜ ਰਹੀ ਹੈ ਔਰ ਇਲਜ਼ਾਮ ਇਹ ਲਾਇਆ ਜਾ ਰਿਹਾ ਦੂਸਰੀਆਂ ਪਾਰਟੀਆਂ ਵੱਲੋਂ ਕਿ ਕਾਂਗਰਸ ਪਾਰਟੀ ਜੋ ਹੈ ਉਹ ਆਪਣੇ ਬੰਦਿਆਂ ਨੂੰ ਖੁਸ਼ ਕਰ ਰਹੀ ਹੈ। ਲੇਕਿਨ ਕੀ ਕਾਂਗਰਸ ਪਾਰਟੀ ਹੀ ਇਕੱਲੀ ਕਰ ਰਹੀ ਹੈ? ਅਕਾਲੀ ਪਾਰਟੀ ਜਦੋਂ ਆਪਣੇ ਸੱਤਾ ਵਿੱਚ ਸੀ ਉਹਨਾਂ ਨੇ ਨਹੀਂ ਕੁਝ ਕੀਤਾ। ਪਾਰਟੀਆਂ ਸਾਰੀਆਂ ਹੀ ਇਹ ਕਰਦੀਆਂ ਨੇ ਕਿਉਂਕਿ ਜਦੋਂ ਪਾਵਰ ਹੁੰਦੀ ਆ ਤਾਂ ਉਹਨਾਂ ਨੂੰ ਹੁੰਦਾ ਕਿ ਪਾਵਰ ਵਿੱਚ ਰਹਿ ਕੇ ਫਾਇਦਾ ਉਠਾ ਸਕਦੇ ਹਾਂ। ਅਤੇ ਇਹ ਸਵਾਲ ਉੱਠਿਆ ਕਿ ਘਰ ਘਰ ਰੁਜ਼ਗਾਰ ਦੀ ਗੱਲ ਜੋ ਕੈਪਟਨ ਸਰਕਾਰ ਨੇ ਕੀਤੀ ਸੀ ਉਹ ਕਿੰਨੀ ਕੁ ਪੂਰੀ ਹੋਈ ਹੈ, ਉਹ ਪਤਾ ਹੋਣ ਲੱਗਿਆ। ਲੋਕ ਕਹਿੰਦੇ ਜੀ ਘਰ ਘਰ ਰੁਜ਼ਗਾਰ ਦਾ ਮਤਲਬ ਉਹਨਾਂ ਨੇ ਇਹ ਨਹੀਂ ਸੀ ਲਿਖਿਆ ਕਿ ਲੋਕਾਂ ਦੇ ਘਰਾਂ 'ਚ, ਉਹਨਾਂ ਕਿਹਾ ਸੀ ਆਪਣੇ ਘਰਾਂ ਦੇ ਵਿੱਚ। ਇਸ ਕਿਸਮ ਦੇ ਕਮੈਂਟ ਹੋ ਰਹੇ ਆ। ਆਪਾਂ ਵਿਸਤਾਰ ਦੇ ਵਿੱਚ ਗੱਲ ਕਰਦੇ ਰਹਾਂਗੇ। ਸਾਡੇ ਦਰਸ਼ਕਾਂ ਨੂੰ ਖਾਸ ਤੌਰ 'ਤੇ ਸਾਡੀ ਬੇਨਤੀ ਹੈ ਕਿ ਤੁਸੀਂ ਸਾਡੇ ਨਾਲ ਗੱਲ ਇਹਨਾਂ ਵਿਸ਼ਿਆਂ 'ਤੇ ਕਰੋਗੇ। ਗੱਲ ਜ਼ਿਆਦਾ ਲੰਮੀ ਨਾ ਕਰਨਾ ਕਿਉਂਕਿ ਬਹੁਤ ਸਾਰੇ ਦਰਸ਼ਕ ਆਪਣੀ ਗੱਲ ਕਰਨੀ ਚਾਹੁੰਦੇ ਆ ਅਤੇ ਉਹ ਸਾਡੀ ਕਈ ਵਾਰੀ ਗੱਲ ਲੰਮੀ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਦਰਸ਼ਕ ਨਾਰਾਜ਼ ਹੋ ਜਾਂਦੇ ਆ। ਇਸ ਕਰਕੇ ਅਸੀਂ ਮਾਫੀ ਚਾਹਾਂਗੇ। ਆਪਣੀ ਗੱਲ ਤੁਸੀਂ ਜ਼ਰੂਰ ਕਰੋ, ਸਾਰੇ ਕਰੋ ਸਾਡੇ ਨਾਲ, ਕਿਉਂਕਿ ਮੁੱਦੇ ਹੀ ਇਸ ਤਰ੍ਹਾਂ ਦੇ ਨੇ, ਉਹਨਾਂ ਦੇ ਉੱਤੇ ਗੱਲ ਕਰਿਆ ਹੀ ਬਣਦੀ ਹੈ ਅਤੇ ਗੱਲ ਤਾਂ ਹੀ ਅੱਗੇ ਤੁਰਦੀ ਹੈ, ਲੋਕਾਂ 'ਚ ਤੁਰਦੀ ਹੈ, ਉਹਦੇ ਵਿੱਚੋਂ ਕੁਝ ਨਾ ਕੁਝ ਪਬਲਿਕ ਓਪੀਨੀਅਨ ਬਣਦੀ ਹੈ ਅਤੇ ਫਿਰ ਅੱਗੇ ਸਪਸ਼ਟ ਹੁੰਦੀਆਂ ਨੇ ਸਥਿਤੀਆਂ। ਸੋ ਸਾਡੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਛੋਟੀ ਗੱਲ ਕਰਨ। ਆਓ ਪਹਿਲਾਂ ਅਸੀਂ ਕਾਲ ਲੈਂਦੇ ਹਾਂ, ਫਿਰ ਆਪਾਂ ਗੱਲ ਜਾਰੀ ਰੱਖਾਂਗੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਸ਼ੀਨਾ ਹਾਂਜੀ ਸ਼ੀਨਾ ਸਾਹਿਬ ਜੀ। ਥੋੜੀ ਜੀ ਆਵਾਜ਼ ਨਹੀਂ ਸੀ ਠੀਕ ਲੱਗ ਰਹੀ ਤੇ ਪਹਿਚਾਣ ਨਹੀਂ ਸੀ ਹੋ ਰਹੀ ਜੀ। ਹਾਂਜੀ ਵੜਿਆ ਸਾਹਿਬ, ਇਸ ਤਰ੍ਹਾਂ ਕਿ ਜਿਹੜੀ ਸਭ ਤੋਂ ਪਹਿਲੀ ਗੱਲ ਜੂਨ ਦਾ ਪਹਿਲਾ ਹਫ਼ਤਾ ਆ, ਇਹ ਮਤਲਬ ਕਦੀ ਵੀ ਨਾ ਭੁੱਲਣ ਵਾਲਾ ਮਤਲਬ ਇੱਕ ਹਾਦਸਾ ਹੈ ਸਿੱਖ ਧਰਮ ਦੇ ਵਿੱਚ ਜਾਂ ਸਿੱਖ ਇਤਿਹਾਸ ਦੇ ਵਿੱਚ। ਪਰ ਇਹ ਆ ਵੀ ਜਿੱਥੇ ਆਪਾਂ ਕਾਂਗਰਸ ਨੂੰ ਆਪਾਂ ਠੀਕ ਆ ਉਹ ਇੰਦਰਾ ਗਾਂਧੀ ਦਾ ਆਪਾਂ ਦੋਸ਼ ਦਿੰਦੇ ਆ, ਲੇਕਿਨ ਉਹ ਇੰਦਰਾ ਗਾਂਧੀ ਦਾ ਦੋਸ਼ ਨਹੀਂ ਹੈਗਾ। ਉਹਦੇ ਵਿੱਚ ਮਤਲਬ ਭਾਜਪਾ ਲੀਡਰ ਵੀ ਹੈਗੇ ਸੀ, ਉਹਦੇ ਵਿੱਚ ਸਾਡੇ ਅਕਾਲੀ ਦਲ ਦੇ ਲੀਡਰ ਹੈਗੇ ਸੀ, ਇਹਨਾਂ ਨੇ ਸਾਰਾ ਰੱਖ ਕੇ ਮਤਲਬ ਇਹ ਜਿਹੜਾ ਸੀ ਇਹ ਪਲਾਨ ਬਣਾਈ ਸੀ। ਔਰ ਪਰ ਫਿਰ ਵੀ ਚਲੋ ਆਪਾਂ ਉਸ ਸਮੇਂ ਨੂੰ ਜਿਹੜਾ ਭੁੱਲ ਨਹੀਂ ਸਕਦੇ। ਬਾਕੀ ਜਿਹੜੀ ਤੁਸੀਂ ਦੂਸਰੀ ਗੱਲ ਕੀਤੀ ਆ ਕਿ ਪੰਜਾਬ ਦੀ ਜਿਹੜੀ ਇਸ ਵੇਲੇ ਪੋਜੀਸ਼ਨ ਹੈਗੀ ਆ ਜੀ, ਇਹਦੇ ਵਿੱਚ ਜਿਹੜੇ ਮੇਰੇ ਹਿਸਾਬ ਨਾਲ 4 ਮੁੱਦੇ ਜਿਹੜੇ ਆ ਬਹੁਤ ਹੀ ਮਤਲਬ ਮਹੱਤਵਪੂਰਨ ਨੇ। ਇੱਕ ਤੇ ਕਰਪਸ਼ਨ, ਪੰਜਾਬ ਚੋਂ ਕਰਪਸ਼ਨ ਦੂਰ ਹੋਣੀ ਚਾਹੀਦੀ ਹੈ ਜੀ। ਤੇ ਦੂਸਰਾ ਜਿਹੜਾ ਮਤਲਬ ਲਾਅ ਐਂਡ ਆਰਡਰ ਆ ਉਹਦੀ ਮਤਲਬ ਜਿਹੜੀ ਆ ਮਤਲਬ ਉਹ ਵੀ ਬਹੁਤਾ ਵਿਗੜਿਆ ਵਾ। ਤੇ ਤੀਸਰੀ ਗੱਲ ਜਿਹੜੀ ਕਿ ਨਸ਼ੇ ਜਿਹੜੇ ਪੰਜਾਬ 'ਚ ਬਹੁਤ ਵੱਧ ਚੁੱਕੇ ਆ ਉਹਨਾਂ ਤੇ ਵੀ ਕੰਟਰੋਲ ਹੋਣਾ ਚਾਹੀਦਾ ਹੈ। ਤੇ ਚੌਥੀ ਗੱਲ ਇਹ ਆ ਵੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਗੌਰਮੈਂਟ ਦੇ ਸਾਧਨ ਨੇ, ਜੇ ਤਾਂ ਰੇਤ ਮਾਫੀਆ ਵਾ, ਸ਼ਰਾਬ ਮਾਫੀਆ ਵਾ, ਇਹ ਸਾਰੇ ਜਿਹੜੇ ਆ ਖਤਮ ਹੋਣੇ ਚਾਹੀਦੇ ਆ। ਤੇ ਉਹੀ ਪਾਰਟੀ ਅੱਗੇ ਹੋਣੀ ਚਾਹੀਦੀ ਆ ਜਿਹੜੀ ਪਾਰਟੀ ਮਤਲਬ ਇਹਨਾਂ 4 ਮੁੱਦਿਆਂ ਨੂੰ ਲੈ ਕੇ ਚੱਲਦੀ ਆ।
ਔਰ ਉਹ ਤੇ ਪੂਰੀ ਤਰ੍ਹਾਂ ਅਮਲ ਕਰਦੀ ਹੈ। ਇਹ ਨਹੀਂ ਕਿ ਮਤਲਬ ਚਾਰੇ ਮੁੱਦੇ ਅੱਗੇ ਲਿਆ ਹੋਣੇ ਆ ਆਪਣੇ ਮਨ ਮੈਨੀਫੈਸਟੋ ਵਿੱਚ ਤੇ ਲਾਗੂ ਕੋਈ ਨਹੀਂ ਹੋਣਾ, ਪਰ ਇਹ ਆ ਵੀ ਜਿਹੜੇ ਮਤਲਬ ਲੈ ਹੁਣ ਲੋਕਾਂ ਦਾ ਬੜਾ ਵੱਡਾ ਟੈਸਟ ਆ ਕਿ ਉਹਨਾਂ ਨੇ ਮਤਲਬ ਆਉਣ ਵਾਲੇ ਸਮੇਂ 'ਚ ਕੀ ਕਰਨਾ ਆ। ਬਾਕੀ ਕਿਉਂਕਿ ਮਤਲਬ ਹੁਣ ਲੋੜ ਹੈਗੀ ਆ ਪੰਜਾਬ ਨੂੰ ਇਮਾਨਦਾਰ ਲੀਡਰਾਂ ਦੀ ਔਰ ਪੰਜਾਬ ਦੇ ਨਾਲ ਪਿਆਰ ਵਾਲੇ ਲੀਡਰਾਂ ਦੀ। ਥੈਂਕ ਯੂ ਵੈਰੀ ਮਚ। ਸ਼ੁਕਰੀਆ। ਗੱਲ ਇਹ ਆ ਕਿ ਤੁਸੀਂ ਜਿਵੇਂ ਗੱਲ ਕੀਤੀ ਆ ਕਿ ਦਰਬਾਰ ਸਾਹਿਬ ਦੇ ਅੰਦਰ ਕੁਝ ਦੂਸਰੇ ਲੋਕ ਵੀ ਵੜੇ ਹੋਏ ਸੀ, ਇਸ ਗੱਲ ਤੋਂ ਕਿਸੇ ਨੂੰ ਇਤਰਾਜ਼ ਨਹੀਂ ਹੈਗਾ ਕਿ ਉੱਥੇ ਕੁਝ ਗਲਤ ਲੋਕਾਂ ਨੇ ਵੜ ਕੇ ਉਹਦੀ ਬੇਹਰਮਤੀ ਵਾਲੀ ਗੱਲ ਹੈ ਕਿ ਬੇਅਦਬੀ ਅੰਦਰ ਕੀਤੀ, ਉੱਥੇ ਹਾਲਾਤ ਜਿਹੜੇ ਆ ਉਹ ਮਾੜੇ ਬਣੇ ਹੋਏ ਸੀ। ਲੇਕਿਨ ਸਰਕਾਰ ਨੇ ਜਿਸ ਹਿਸਾਬ ਨਾਲ ਧੋਖਾ ਦੇ ਕੇ ਇੱਕ ਤੇ ਫੌਜਵਾੜੀ ਉੱਥੇ ਹਮਲਾ ਕੀਤਾ, ਦਰਬਾਰ ਸਾਹਿਬ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ, ਔਰ ਜੋ ਉੱਥੇ ਮਾਰੇ ਗਏ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ ਸੀ, ਉੱਥੇ ਸੰਗਤਾਂ ਆਈਆਂ ਹੋਈਆਂ ਸੀ ਬਿਨਾਂ ਦੱਸੇ ਤੋਂ, ਪੂਰਾ ਪੰਜਾਬ ਬੰਦ ਕਰਕੇ, ਔਰ ਜਿਸ ਹਿਸਾਬ ਨਾਲ ਉੱਥੇ ਕਹਿਰ ਵਰਤਾਇਆ ਗਿਆ। ਗੱਲ ਇਹ ਸੀ ਕਿ ਸਰਕਾਰ ਕੋਲੇ ਹੋਰ ਵੀ ਆਪਸ਼ਨਾਂ ਸੀਗੀਆਂ, ਸਰਕਾਰ 6 ਮਹੀਨਿਆਂ ਤੋਂ ਤਿਆਰੀ ਕਰਦੀ ਪਈ ਸੀ ਇਸ ਦੀ, ਲੇਕਿਨ ਉਹਨਾਂ ਨੇ ਸਮਾਂ ਵੀ ਗਲਤ ਚੁਣਿਆ ਔਰ ਢੰਗ ਵੀ ਉਹਨਾਂ ਦਾ ਗਲਤ। ਇਤਰਾਜ਼ ਇਸ ਗੱਲ ਦੇ ਉੱਤੇ ਹੈਗਾ ਕਿਤੇ ਗਲਤ ਕੰਮ ਹੁੰਦਾ ਹੋਵੇ ਤੇ ਉਹਦੇ ਨਾਲ ਤੇ ਕੋਈ ਵੀ ਨਹੀਂ ਖੜਦਾ। ਹੈਲੋ ਹੈਲੋ ਹਾਂਜੀ ਬ੍ਰੈਡ ਸਾਹਿਬ, ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਸਤਿ ਸ਼੍ਰੀ ਅਕਾਲ ਪਿਆਰਾ ਸਿੰਘ ਜੀ, ਜੀ ਆਇਆਂ ਨੂੰ। ਜੀ ਜੀ ਕੀ ਕਹਿਣਾ ਚਾਹੋਗੇ? ਬੜਾ ਸਾਹਿਬ ਮੁੱਦੇ ਹਮੇਸ਼ਾ ਆਈ ਜਾਂਦੇ ਰਹੇ, ਪਰ ਮੇਰੇ ਖਿਆਲ 2-4 ਦਿਨ ਜਿੰਨਾ ਦਿਨ ਇਹ ਸ਼ਹੀਦੀ ਦਿਹਾੜੇ ਹੈਗੇ ਆ, ਇਹ ਉਹਨਾਂ ਨੂੰ ਲਾਹਨਤਾਂ ਪਾਈਏ ਜਿਨ੍ਹਾਂ ਨੇ ਇਹ ਕੰਮ ਕਰਾਉਣ ਵਿੱਚ ਉਦੋਂ ਮਦਦ ਕੀਤੀ ਆ, ਜਾਂ ਹੁਣ ਵੀ ਜਿਹੜੇ ਉਹਨਾਂ ਨੂੰ ਹੱਲਾਸ਼ੇਰੀ ਦੇ ਰਹੇ ਜਥਿਆਂ ਦੇ ਜਥੇ ਬਣਾ ਕੇ ਉਹਨਾਂ ਦੀ ਹਾਂ ਮਾਰ ਰਹੇ ਆ, ਚਾਹੇ ਉਹ ਅਕਾਲੀ ਚਾਹੇ ਕਾਂਗਰਸੀ ਆ, ਤੇਰਾ ਦੋਨੋਂ ਉਦੋਂ ਵੀ ਜ਼ਿੰਮੇਵਾਰ ਸੀਗੀਆਂ ਤੇ ਜਿਨ੍ਹਾਂ ਨੇ ਪੰਜਾਬ ਦਾ ਘਾਣ ਕੀਤਾ, ਸਿੱਖਾਂ ਦੇ ਸਰਵ ਉੱਚ ਮਕਸਦ ਨੂੰ ਢਾਇਆ, ਢਹਿ ਢੇਰੀ ਕੀਤਾ, ਜਵਾਨੀ ਨਾਸ਼ ਕੀਤਾ, ਬਹੁਤ ਕੁਛ ਹੋਇਆ। ਉਹ ਗੱਲ ਮੇਰੇ ਖਿਆਲ ਆਪਾਂ ਉਹਨਾਂ ਨੂੰ ਲਾਹਨਤ ਜਿੰਨੀਆਂ ਪਾ ਦਈਏ ਉਨੀਆਂ ਥੋੜ੍ਹੀਆਂ। ਧੰਨਵਾਦ ਜੀ, ਸ਼ੁਕਰੀਆ। ਤੁਸੀਂ ਸਾਡੀ ਗੱਲ ਪਿਆਰਾ ਸਿੰਘ ਜੀ ਨੇ ਬਿਲਕੁਲ ਆਪਣੀ ਥੋੜ੍ਹੇ ਸ਼ਬਦਾਂ ਦੇ ਵਿੱਚ ਗੱਲ ਜਿਹੜੀ ਆ ਉਹ ਪੂਰੀ ਕਰ ਦਿੱਤੀ ਆ। ਗੱਲ ਠੀਕ ਹੈ ਕਿ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਫੈਕਟਸ ਪੜ੍ਹਦੇ ਹਾਂ, ਜੋ ਕਿਤਾਬਾਂ ਆਈਆਂ ਨੇ ਉਸ ਤੋਂ ਬਾਅਦ, ਤਾਂ ਇਹ ਗੱਲ ਸਪਸ਼ਟ ਆਉਂਦੀ ਹੈ ਕਿ ਸਰਕਾਰ ਨੇ ਉਸ ਵਕਤ, ਜੋ ਮੌਜੂਦਾ ਸਰਕਾਰ ਸੀ ਉਸ ਵੇਲੇ, ਬੜੀ ਚਾਲ ਚੱਲ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ, ਪੰਜਾਬ ਨੂੰ ਰੌਂਦਣ ਵਾਸਤੇ ਇੱਕ ਸਕੀਮ ਚੱਲੀ। ਔਰ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਸ ਵਕਤ, ਉਸ ਬਾਰੇ ਦੋਸ਼ ਲਾਏ ਜਾਂਦੇ ਆ ਕਿਉਂਕਿ ਸਪਸ਼ਟ ਕੁਝ ਨਹੀਂ ਹੋ ਰਿਹਾ। ਸਰਕਾਰਾਂ ਆਪਣੀਆਂ ਏਜੰਸੀਆਂ ਦੇ ਨਾਲ ਸਭ ਕੁਝ ਦੱਬ ਲੈਂਦੀਆਂ ਨੇ ਕਿ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਉਹਦੇ ਲਈ ਸਾਰੇ ਲਈ ਕੇਂਦਰੀ ਏਜੰਸੀਆਂ ਜ਼ਿੰਮੇਵਾਰ ਨੇ। ਉਹਨਾਂ ਨੂੰ ਦਿਸਦਾ ਸੀ ਕਿ ਦਰਬਾਰ ਸਾਹਿਬ ਦੇ ਅੰਦਰ ਹਥਿਆਰ ਜਾ ਰਹੇ ਨੇ, ਉੱਥੇ ਫੋਰਟੀਫਿਕੇਸ਼ਨ ਹੋ ਰਹੀ ਹੈ, ਤੇ ਉਦੋਂ ਕਿਉਂ ਨਹੀਂ ਰੋਕਿਆ ਗਿਆ? ਔਰ ਉੱਥੇ ਕਤਲ ਵੀ ਬਾਹਰ ਹੁੰਦੇ ਸੀ, ਅੰਦਰੋਂ ਵੀ ਕੁਝ ਘਟਨਾਵਾਂ ਹੋਣ ਦੀ ਮਿਲਦੀ ਸੀ, ਤਾਂ ਕੌਣ ਕਰਾਉਂਦਾ ਸੀ ਇੰਨਾ ਕੁਝ? ਇਹ ਦੋਸ਼ ਲੱਗਦੇ ਆ ਕਿ ਕੁਝ ਲੋਕ ਉੱਥੇ ਵਾੜ ਦਿੱਤੇ ਗਏ ਸੀ, ਜੋ ਸਭ ਕੁਝ ਪਹਿਲਾਂ ਜਿੱਥੋਂ ਬਦਨਾਮ ਕਰਾਇਆ ਗਿਆ ਔਰ ਬਾਅਦ ਦੇ ਵਿੱਚ ਇਹ ਬਹਾਨਾ ਬਣਾਇਆ ਗਿਆ ਕਿ ਅੰਦਰ ਬਹੁਤ ਕੁਝ ਹੋ ਰਿਹਾ, ਅੱਤਵਾਦੀ ਵੜੇ ਹੋਏ ਨੇ, ਇਸ ਕਰਕੇ ਉੱਥੇ ਫੌਜ ਦਾ ਹਮਲਾ ਕੀਤਾ ਗਿਆ। ਅਹਿਮਦ ਸ਼ਾਹ ਅਬਦਾਲੀ ਤੋਂ ਬਾਅਦ, ਕਿਉਂਕਿ ਉਹਨੇ ਇਸ ਦੇ ਇੱਥੇ ਆ ਕੇ ਬਹੁਤ ਵੱਡਾ ਨੁਕਸਾਨ ਕੀਤਾ ਸੀ, ਉਸ ਤੋਂ ਬਾਅਦ ਇਹ ਘਟਨਾ ਵਾਪਰੀ ਸੀ। 37 ਵਰ੍ਹੇ ਹੋ ਗਏ। ਸਾਡੇ ਨਾਲ ਸਾਡੇ ਦਰਸ਼ਕ ਜੁੜ ਰਹੇ ਆ, ਗੱਲ ਅਸੀਂ ਜਾਰੀ ਰੱਖਦੇ ਹਾਂ। ਹੈਲੋ ਹੈਲੋ ਜੀ ਬੜਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸ਼ੇਰਗਿੱਲ ਸਾਹਿਬ ਜੀ। ਜੈ ਜਵਾਨ ਜੈ ਕਿਸਾਨ ਜੀ। ਜੀ ਦਿਨ ਹਾਲੇ ਚੰਗੇ ਨਹੀਂ, ਤੂੰ ਜਿਗਰਾ ਤਕੜਾ ਕਰ, ਟੇਡੇ ਤਾਂ ਵੱਜਣਗੇ, ਅਜੇ ਦਿਨ ਮਾੜੇ ਨੇ ਜੀ। ਸ਼ਹੀਦਾਂ ਨੂੰ ਪ੍ਰਣਾਮ। ਅਸੀਂ ਮਤਲਬ ਅੰਮ੍ਰਿਤਸਰ ਜਾਣ ਦਾ ਮੈਨੂੰ ਬਹੁਤ ਮੌਕਾ ਮਿਲਦਾ ਰਿਹਾ ਸੀ। ਸਾਡੀ ਇਲੈਕਟ੍ਰਿਕ ਦੀ ਦੁਕਾਨ ਹੁੰਦੀ ਸੀ, ਪੱਖੇ ਲਿਆਉਂਦੇ ਹੁੰਦੇ ਸੀ ਜੀ। ਮੈਂ ਸ਼ਨੀਵਾਰ ਜਾਣਾ ਤੇ ਉਧਰੋਂ ਨਹੀਂ ਪੈਕ ਕਰ ਦੇਣਾ ਮਾਲ, ਤੇ ਮੈਂ ਨਾਲ ਕਹਿਣਾ ਦਰਬਾਰ ਸਾਹਿਬ ਮੱਥਾ ਟੇਕਣਾ, ਤੇ 1 ਵਜੇ ਉੱਥੇ ਹੁੰਦੇ ਸੀ ਦੀਵਾਨ ਸਾਜਦਾ ਜੀ ਘੰਟੇ ਲਈ ਜੀ। ਤੇ ਉਹਨੇ ਕਦੇ ਵੀ ਕੋਈ ਲਫ਼ਜ਼ ਏਦਾਂ ਦਾ ਗਲਤ ਨਾ ਕਿਸੇ ਧਰਮ ਦੇ ਖਿਲਾਫ ਬੋਲਿਆ, ਮੈਂ ਨਹੀਂ ਉਹਨਾਂ ਦੇ ਮੂੰਹ ਸੁਣਿਆ ਸੀ ਕਦੇ ਵੀ ਜੀ। ਨਾ ਕੋਈ ਏਡੇ ਹਥਿਆਰ ਰੱਖਿਆ। ਇਹ ਤਾਂ ਮਤਲਬ ਇੱਕ ਏਦਾਂ ਦਾ ਸਿਸਟਮ ਸੀਗਾ ਵੀ ਜਿਹੜੀ ਇਹਦੇ ਵਿੱਚ ਹਮਾਮ ਚ ਸਾਰੇ ਹੀ ਨੰਗੇ ਆ ਜੀ। ਇਹ ਸਾਰੀਆਂ ਪਾਰਟੀਆਂ, ਬਾਦਲ ਕੇ ਹੋਏ, ਭਾਜਪਾ ਹੋਈ, ਅਡਵਾਨੀ ਨੇ ਤਾਂ ਆਪ ਆਪਣੀ ਅਖਬਾਰ ਦੇ ਵਿੱਚ ਕਿਤਾਬ ਦੇ ਵਿੱਚ ਲਿਖਿਆ ਵੀ ਅਸੀਂ ਕਿਹਾ ਅੱਛਾ ਇਹ ਜਾ ਕੇ ਦਿੱਲੀ ਬੈਠੇ ਰਹੇ, ਸੰਤ ਲੌਂਗੋਵਾਲ ਵਿੱਚ ਸੀਗਾ, ਸਾਰੇ ਇਹਨਾਂ ਨੂੰ ਆਪਣਾ ਪਿਆ ਸੀ। ਬਾਦਲ ਕਿਆ ਨੂੰ ਆਪਣੀ ਕੁਰਸੀ ਦਿੰਦੀ ਸੀ।
ਉਹਦੇ ਵਿੱਚ ਜਿੰਨਾ ਵੀ ਨੁਕਸਾਨ ਕਰਾਇਆ, ਇਕੱਲੀ ਕਾਂਗਰਸ ਨੂੰ ਅਸੀਂ ਨਹੀਂ ਕਹਿ ਸਕਦੇ, ਸਾਰਿਆਂ ਨੂੰ। ਦੂਜੀ ਗੱਲ ਇਹ ਸੀ ਵੀ ਕਾਂਗਰਸ ਨੂੰ ਉਸ ਟਾਈਮ ਜਿਹੜਾ ਹਿੰਦੁਸਤਾਨ ਦੇ ਵਿੱਚ ਇਹ ਇੱਕ ਖੇਤਰੀ ਪਾਰਟੀਆਂ ਜਿਹੜੀਆਂ ਸੀਗੀਆਂ ਨਾ ਉਹ ਸਿਰ ਚੱਕਦੀਆਂ ਸੀਗੀਆਂ ਜੀ। ਹੋਰ ਕੋਈ ਮੁੱਦਾ ਇਹਨਾਂ ਕੋਲ ਹੈ ਨਾ ਸੀ। ਇਹ ਕਹਿੰਦੇ ਹੁੰਦੇ ਆ ਨਾ, ਮੜ ਦੇ ਚਪੇੜ ਮਾਰ ਦਿਓ ਤੇ ਸ਼ੇਰ ਬਣ ਜਾਓ। ਜੋ ਤਗੜੇ ਤੇ ਮਾਰੋਗੇ ਤਾਂ ਉਹ ਬਹੁਤ ਮੁਰ ਪੈਂਦਾ ਅਗਲਾ। ਮੈਂ ਸਾਡੀ ਸਿਸਟਰ ਉੱਥੇ ਸਹਾਰਨਪੁਰ, ਤੇ ਮੈਂ ਉਹਨੂੰ ਭਾਂਜੀ ਸਾਡੀ ਇਹ ਗੁੱਡੀ ਨੂੰ ਛੱਡਣ ਗਿਆ ਤੇ ਮੈਨੂੰ ਲੁਧਿਆਣੇ ਬੰਦਾ ਟੱਕਰਿਆ ਇੱਕ, ਕਹਿੰਦਾ ਸਾਜੀ ਕਿੱਧਰ ਜਾਣਾ? ਮੈਂ ਸਹਾਰਨਪੁਰ ਜਾਣਾ। ਕਹਿੰਦਾ ਜਾਇਓ ਨਾ। ਮੈਂ ਕਿਹਾ ਤੇ ਕਹਿੰਦਾ ਉੱਥੇ ਹਾਲਾਤ ਬਹੁਤ ਬੁਰੇ ਆ, ਵੀ ਤੁਹਾਨੂੰ ਕੋਈ ਕਹੂਗਾ। ਉਹ ਜਿਹੜੇ ਬੰਦੇ ਉੱਥੇ ਸ਼ਹਿਰ ਦੇ ਵਿੱਚ ਸਾਨੂੰ ਸਾਹ ਜੀ ਆ ਜਾਓ ਚਾਹ ਪਿਲਾਉਂਦੇ, ਉਹ ਡੇਲੇ ਕੱਢ ਦੇਖਣ, ਔਰ ਬਕਾਇਦਾ ਮਾਤਾ ਦੇ ਨਾਲ ਸ਼੍ਰੀਮਤੀ ਇੰਦਰਾ ਗਾਂਧੀ ਜੀ ਤੇ ਫੋਟੋਆਂ ਲਾਈਆਂ ਸੀਗੀਆਂ। ਜੀ ਜੀ, ਇਹ ਹਾਲਾਤ ਜਿਹੜੇ ਆ ਹਾਂਜੀ ਬਣਾਇਆ, ਬਹੁਤ ਬੁਰਾ ਹਾਲਤ ਕੀਤਾ ਸ਼ੇਰਗਿੱਲ ਸਾਹਿਬ। ਹਾਲਾਤ ਵਿਗੜੇ ਹੀ। ਉਸ ਤੋਂ ਬਾਅਦ ਬਹੁਤ ਵਧੀਆ ਮਾਹੌਲ ਪੰਜਾਬ ਦਾ ਸੀ, ਹੁਣ ਵੀ ਬਹੁਤ ਵਧੀਆ। ਖੈਰ, ਜੋ ਸਦੀਆਂ ਤੋਂ ਹਿੰਦੂ ਸਿੱਖਾਂ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਇੱਕ ਰਵਾਇਤ ਬਣੀ ਹੈ ਇਕੱਠੇ ਰਹਿਣ ਦੀ, ਉਹ ਕੁਝ ਸਮੇਂ ਲਈ ਉਸ ਵਕਤ ਤੋੜਨ ਦੀ ਕੋਸ਼ਿਸ਼ ਕੀਤੀ ਗਈ ਏਜੰਸੀਆਂ ਵੱਲੋਂ, ਲੇਕਿਨ ਅੱਜ ਫਿਰ ਇਹ ਸਾਡੇ ਸਾਹਮਣੇ ਆ ਕਿ ਉਸੇ ਤਰ੍ਹਾਂ ਦਾ ਮਾਹੌਲ ਬਣ ਚੁੱਕਿਆ ਜੋ ਪਹਿਲਾਂ ਸੀਗਾ। ਇਕੱਠੇ ਲੋਕੀ ਰਹਿ ਰਹੇ ਨੇ, ਪਿਆਰ ਨਾਲ ਲੋਕੀ ਰਹਿ ਰਹੇ ਨੇ। ਇਸ ਤਰ੍ਹਾਂ ਦੀ ਕਿਸੇ ਕਿਸਮ ਦੀ ਵੀ ਕਿਤੇ ਵੀ ਕੋਈ ਲੱਗਦਾ ਨਹੀਂ ਕਿ ਕੋਈ ਖਾਈ ਪਈ ਹੋਈ ਹੈ। ਲੇਕਿਨ ਗੱਲ ਇਹ ਆ ਕਿ ਜੋ ਜ਼ਖਮ ਲੱਗ ਜਾਂਦੇ ਨੇ ਉਹ ਭਰ ਭਾਵੇਂ ਜਾਂਦੇ ਨੇ, ਉਹ ਨਿਸ਼ਾਨ ਰਹਿ ਜਾਂਦੇ ਨੇ। ਉਹਨਾਂ ਨੂੰ ਜਦੋਂ ਤੁਸੀਂ ਵੇਖਦੇ ਹੋ ਤੇ ਭਾਵੇਂ ਪੀੜ ਤੇ ਨਹੀਂ ਹੁੰਦੀ, ਪਰ ਉਹਦੇ ਵਿੱਚੋਂ ਟੀਸ ਜ਼ਰੂਰ ਕਈ ਨਾ ਕਈ ਵਾਰੀ ਮਾਰਦੀ ਹੈ, ਜੋ ਸਾਰੀ ਉਮਰ ਤੁਹਾਡੇ ਨਾਲ ਚੱਲਦੀ ਰਹਿੰਦੀ ਹੈ। ਇਹ ਇੱਕ ਨਾ ਭੁੱਲਣਯੋਗ, ਜਿਵੇਂ ਅੱਜ ਬੀਬੀ ਜਗੀਰ ਕੌਰ ਹੋਣਾ ਨੇ ਵੀ ਕਿਹਾ ਕਿ ਕਦੇ ਭੁਲਾਇਆ ਨਹੀਂ ਜਾ ਸਕਦਾ। ਗੱਲ ਠੀਕ ਹੈ, ਇਹੋ ਜਿਹੀਆਂ ਘਟਨਾਵਾਂ ਕਦੇ ਨਹੀਂ ਭੁਲਾਈਆਂ ਜਾ ਸਕਦੀਆਂ। ਹਾਂ, ਇਹਨਾਂ ਤੇ ਮੱਲਮ ਲਾਉਣ ਦਾ ਕੰਮ ਬਾਅਦ ਦੇ ਵਿੱਚ ਜ਼ਰੂਰ ਸਰਕਾਰਾਂ ਕਰਦੀਆਂ ਨੇ, ਪਰ ਉਹ ਕਦੇ ਨਿਸ਼ਾਨ ਨਹੀਂ ਮਿਟਦੇ। ਇਹ ਤੇ ਸਾਨੂੰ ਮੰਨਣਾ ਪਏਗਾ। ਹੈਲੋ, ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਿਕੰਦਰ ਬੋਲਦਾ ਸੀਗਾ ਜੀ। ਹਾਂਜੀ ਸਿਕੰਦਰ ਜੀ, ਜੀ ਆਇਆਂ ਨੂੰ ਜੀ। ਹਾਂਜੀ, ਦੇਖੋ ਇਹ ਨਾ ਭੁੱਲਣ ਯੋਗ ਤਾਂ ਹੈ, ਜਿਵੇਂ ਤੁਸੀਂ ਕਿਹਾ, ਮੱਲਮ ਸਰਕਾਰਾਂ ਨੇ ਤਾਂ ਕੀ ਲਾਉਣੀ ਸੀ ਜੀ। ਤੇ ਬਾਦਲ ਸਾਹਿਬ ਉਹਨਾਂ ਨੇ ਉਦੋਂ ਚੰਡੀਗੜ੍ਹ ਜਾ ਕੇ ਕਿਹਾ ਫੌਜੀਆਂ ਨੂੰ ਕੋਈ ਬੈਰਕਾਂ ਛੱਡ ਦਿਓ। ਉਦੋਂ ਬਾਅਦ 3 ਗੇਰ ਇਹਨਾਂ ਦੀ ਸਰਕਾਰ ਰਹੀ। ਸ਼੍ਰੋਮਣੀ ਕਮੇਟੀ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਦੇ ਅੰਡਰ ਆਈ। ਮੁੜ ਕੇ ਉਹ ਕਿੰਨੇ ਫੌਜੀ ਮਰ ਗਏ, ਉਹਨਾਂ ਦੇ ਪਰਿਵਾਰ ਰੁਲ ਗਏ, ਬੱਚੇ ਪੜ੍ਹਨ ਯੋਗ ਨਹੀਂ ਰਹੇ। ਇਹਨਾਂ ਨੇ ਉਹਨਾਂ ਦੀ ਕੀ ਬਾਂਹ ਫੜੀ ਹੈ ਜੀ। ਸ਼੍ਰੋਮਣੀ ਕਮੇਟੀ ਜੇ ਨੌਕਰੀਆਂ ਦੇ ਦਿੰਦੇ, ਸ਼੍ਰੋਮਣੀ ਕਮੇਟੀ ਦੇ ਸਕੂਲਾਂ 'ਚ ਉਹਨੂੰ ਫ੍ਰੀ ਸਿੱਖਿਆ ਹੀ ਦੇ ਦਿੰਦੇ ਜੀ। ਸ਼੍ਰੋਮਣੀ ਕਮੇਟੀ ਕੋਲ ਅਰਬਾਂ ਦਾ ਬਜਟ ਹੈ, ਉਹਨਾਂ ਨੂੰ ਕੋਈ ਪੈਸੇ ਦੀ ਉਹ ਮਦਦ ਕਰ ਦਿੰਦੇ। ਇਹਨਾਂ ਨੇ ਸਭ, ਚਾਹੇ ਉਹ ਸੈਂਟਰ ਦੀ ਸਰਕਾਰ ਸੀ, ਚਾਹੇ ਇੱਥੇ ਵਾਲੇ ਲੀਡਰ ਸੀ, ਸਭ ਨੇ ਖੇਡ ਖੇਡੀ ਹੈ ਜੀ ਤੇ ਅੱਜ ਤੱਕ ਖੇਡੀ ਜਾ ਰਹੇ ਨੇ। ਤੇ ਹੁਣ ਸ਼ਾਇਦ ਕੱਟ ਗਿਆ ਸਾਡਾ ਫੋਨ ਇਹਨਾਂ ਦਾ, ਸਿਕੰਦਰ ਜੀ ਦਾ। ਹੈਲੋ ਹਾਂਜੀ ਹਾਂਜੀ। ਮੈਂ ਕਿਹਾ ਜੀ, ਇਹ ਖੇਡਾਂ ਖੇਡੀ ਜਾਂਦੇ ਨੇ, ਇਹ ਬੇਅਦਬੀ ਤੇ ਖੇਡਣ ਲੱਗ ਗਏ, ਉਹ ਚੁਰਾਸੀ ਤੇ ਖੇਡੀ ਜਾਂਦੇ ਨੇ। ਬਾਕੀ ਤੁਸੀਂ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਹੋ ਜੀ। ਭ੍ਰਿਸ਼ਟਾਚਾਰ, ਬੜੈਚ ਸਾਹਿਬ, ਭ੍ਰਿਸ਼ਟਾਚਾਰ ਦੇ ਉੱਪਰ ਕਾਨੂੰਨ ਬਣਾਉਣ ਵਾਲੇ ਤਾਂ ਖੁਦ ਭ੍ਰਿਸ਼ਟ ਨੇ ਜੀ। ਤੇ ਕ੍ਰਿਮੀਨਲਾਂ ਦੇ ਉੱਪਰ ਕਾਨੂੰਨ ਬਣਾਉਣ ਵਾਲੇ ਖੁਦ ਆਪ ਕ੍ਰਿਮੀਨਲ ਨੇ ਜੀ। ਤੇ ਉਹ ਵਿਚਾਰੇ ਜਿਨ੍ਹਾਂ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਕਰਨੀ ਆ, ਉਹ ਇਹਨਾਂ ਨੂੰ ਸਲੂਟ ਮਾਰਦੇ ਨੇ ਤੇ ਉਹਨਾਂ ਨੂੰ ਇਹ ਅਹੁਦੇ ਦਿੰਦੇ ਨੇ। ਮੈਨੂੰ ਇਹ ਦੱਸੋ, ਫੜੂ ਕੌਣ ਜੀ, ਰੋਕੂ ਕੌਣ ਜੀ? ਬਿਲਕੁਲ ਸਹੀ ਗੱਲ, ਠੀਕ ਹੈ ਤੁਹਾਡੀ ਗੱਲ ਸਿਕੰਦਰ ਜੀ। ਜਿਨ੍ਹਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਉਹ ਆਪ ਆਪਣੇ ਢੰਗ ਨਾਲ ਕਾਨੂੰਨ ਬਣਾਉਂਦੇ ਆ। ਹੁਣ ਜਿਵੇਂ ਗੱਲ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ 2 MLAs ਦੇ ਬੱਚਿਆਂ ਨੂੰ ਅੱਗੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀਆਂ ਦੇਣੀਆਂ ਨੇ, ਤੇ ਕੱਲ ਗੱਲ ਹੋ ਰਹੀ ਸੀ ਕਿ ਉਹਨਾਂ ਦੀ ਜਾਇਦਾਦ ਵੇਖੋ ਕਿ ਕਿੰਨੀ ਆ। ਉਹਨਾਂ ਦੀ ਜਾਇਦਾਦ ਸਰਕਾਰੀ ਤੌਰ ਤੇ ਜੋ ਉਹਨਾਂ ਨੇ ਡਿਕਲੇਅਰ ਕੀਤਾ ਆ ਕਰੋੜਾਂ 'ਚ ਹੈ ਕਿ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਕੰਪੈਸ਼ਨੇਟ ਗਰਾਊਂਡ ਤੇ ਹਮਦਰਦੀ ਦੇ ਪੱਧਰ ਦੇ ਉੱਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ, ਜਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜੋ ਲੋਕੀ ਦੇਸ਼ ਦੇ ਕੰਮ ਆਏ, ਪੰਜਾਬ ਦੇ ਕੰਮ ਆਏ। ਔਰ ਜਿਵੇਂ ਗੱਲ ਹੁੰਦੀ ਹੈ ਕਿ ਜਿਹੜੇ ਉਸ ਵਕਤ ਸ਼ਹੀਦ ਹੋਏ ਲੋਕ, ਉਹਨਾਂ ਨੂੰ ਕਿੰਨਿਆਂ ਕੁ ਨੂੰ ਨੌਕਰੀਆਂ ਸਰਕਾਰਾਂ ਨੇ ਦੇ ਦਿੱਤੀਆਂ। ਸਰਕਾਰ ਦੇ ਇਸ ਤਰ੍ਹਾਂ ਦੇ ਕਾਨੂੰਨ ਆ ਕਿ ਕੁਝ ਸਾਲਾਂ ਬਾਅਦ ਉਹ ਨੌਕਰੀਆਂ ਵੀ ਜੇ ਅਗਰ ਨਹੀਂ ਮਿਲਦੀਆਂ ਤੇ ਉਹ ਵੀ ਉਸ ਲਿਸਟ ਦੇ ਵਿੱਚੋਂ ਕੱਢ ਦਿੱਤੇ ਜਾਂਦੇ ਆ। ਇਹ ਇੱਕ ਗੱਲ ਹੈਗੀ ਆ। ਲੇਕਿਨ ਜਦੋਂ ਤੁਸੀਂ ਸਰਕਾਰਾਂ ਨੂੰ ਆਪ ਵੇਖਦੇ ਹੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਕਿਵੇਂ ਸੈੱਟ ਕਰਨਾ ਹੈ, ਲੋਕਾਂ ਵਾਰੀ ਤਾਂ ਰੁਜ਼ਗਾਰ ਖਤਮ ਹੋ ਜਾਂਦਾ ਹੈ। ਉਹਨਾਂ ਨੂੰ ਠੇਕੇ ਤੇ ਲਾ ਦਿਓ, ਤਨਖਾਹ ਕੇ ਜਿਹੜੀ ਉਹਨਾਂ ਨੂੰ ਬੇਸਿਕ ਤੇ ਲਾ ਦਿਓ, ਤੇ ਫਿਰ ਦਿਹਾੜੀਆਂ ਤੇ ਲਾ ਦਿਓ। ਔਰ ਵਿਚਾਰੇ ਦੇਖੋ, ਟੀਚਰਸ ਕਿੰਨੇ ਸਮੇਂ ਤੋਂ
ਸੜਕਾਂ ਦੇ ਉੱਤੇ ਧੱਕੇ ਖਾ ਰਹੇ ਨੇ। ਇਸੇ ਤਰ੍ਹਾਂ ਕਿੰਨੇ ਡਾਕਟਰੀ ਮਹਿਕਮੇ ਨਾਲ ਜੁੜੇ ਹੋਏ ਲੋਕ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ ਉਹ ਬੈਠੇ ਹੋਏ ਆ। ਪਟਵਾਰੀਆਂ ਦੀ ਜੋ ਸਟ੍ਰਾਈਕ ਚੱਲਦੀ ਹੈ, ਵੱਖ-ਵੱਖ ਮਹਿਕਮਿਆਂ ਦੇ ਵਿੱਚ ਜੋ ਕਰਮਚਾਰੀ ਨੇ ਉਹ ਪਰੇਸ਼ਾਨ ਨੇ। ਨੌਜਵਾਨ ਬੇਰੁਜ਼ਗਾਰ ਹੈ, ਵੱਡੀ ਪੱਧਰ ਦੇ ਉੱਤੇ ਵਿਦੇਸ਼ਾਂ ਵੱਲ ਉਹਨਾਂ ਦਾ ਪਲਾਇਨ ਹੋ ਰਿਹਾ ਹੈ। ਤੇ ਇਹ ਸਭ ਕੁਝ ਕੀ ਦੱਸਦਾ ਹੈ ਕਿ ਪੰਜਾਬ ਵਿਕਾਸ ਕਰ ਰਿਹਾ? ਜਦੋਂ ਚਾਰੇ ਪਾਸੇ ਪ੍ਰਦਰਸ਼ਨ ਹੋ ਰਹੇ ਹੋਣ ਤਾਂ ਕੀ ਇਹ ਪੰਜਾਬ ਦਾ ਵਿਕਾਸ ਹੈ? ਗੱਲ ਕਰਾਂਗੇ। ਸਾਡੇ ਨਾਲ ਇੱਕ ਦਰਸ਼ਕ ਜੁੜੇ ਹੋਏ ਆ। ਹੈਲੋ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸ਼ੇਰਗਿੱਲ ਸਾਹਿਬ। ਹਾਂਜੀ ਸਰ, ਮੈਂ ਤਾਂ ਸਰ ਇਹ ਕਹਿਣਾ ਚਾਹੁੰਦਾ ਵੀ ਬਾਦਲ ਸਾਹਿਬ ਜਿਹੜੇ ਫੌਜੀ ਆਪਣੇ ਬੈਰਕਾਂ ਛੱਡ ਕੇ ਆਏ ਸੀ ਉਹਨਾਂ ਨੂੰ ਕਿਵੇਂ ਨੌਕਰੀ ਦੇਦਾ? ਉਹ ਕਿਉਂਕਿ ਉਹ ਕਾਨੂੰਨ ਦੇ ਖਿਲਾਫ ਸੀ, ਕਿਉਂਕਿ ਏਜੰਸੀਆਂ ਨੇ ਡੰਡਾ ਦੇ ਦੇਣਾ ਸੀ ਇਹਦੇ ਵੀ ਤੂੰ ਦੇਸ਼ ਨੂੰ ਤੋੜਨ ਵਾਸਤੇ ਪ੍ਰਮੋਟ ਕਰ ਰਿਹਾ ਜੀ। ਕਿਉਂਕਿ ਉਦੋਂ ਹੱਥ ਪੈਰਾਂ ਨੂੰ ਲਾ ਕੇ ਬਚਿਆ ਏਜੰਸੀਆਂ ਤੋਂ। ਜਦੋਂ ਇਹਨਾਂ ਨੇ ਬੈਰਕਾਂ ਛੱਡਣ ਨੂੰ ਕਿਹਾ, ਜਦ ਇਹਨੇ ਗਲ 'ਚ ਰੱਸਾ ਪੈਣ ਲੱਗਿਆ ਤੇ ਇਹਨਾਂ ਕਿਹਾ ਵੀ ਮੈਂ ਤੁਹਾਡਾ ਬੰਦਾ, ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਕਰੂੰਗਾ। ਇਹਦੀ ਕਮਿਟਮੈਂਟ ਹੋਈ ਵੀ ਏਜੰਸੀਆਂ ਦੇ ਨਾਲ। ਇਹ ਜਦ ਹੁਣ ਅਸੀਂ ਸਮਝਦੇ ਹਾਂ ਵੀ ਕਾਂਗਰਸ ਨੇ ਸਾਡੇ ਗਲਾਂ 'ਚ ਟਾਇਰ ਪਾਏ, ਸਾਡਾ ਹਰਮੰਦਰ ਸਾਹਿਬ ਤਹਿਸ਼ ਕੀਤਾ ਅਕਾਲ ਤਖਤ ਨੂੰ, ਤੇ ਉਹ ਤੋਂ ਬਾਅਦ ਅਸੀਂ ਹੁਣ ਲੋਕ ਬੇਵਕੂਫ ਅਸੀਂ ਹੈ ਨਾ ਜਿਹੜੇ ਇਹਨਾਂ ਨੂੰ ਵਾਰ-ਵਾਰ ਵੋਟਾਂ ਪਾਉਂਦੇ ਆ। ਦੇਖੋ, ਹਿੰਦੂ ਸਿੱਖ ਦੀ ਕੋਈ ਲੜਾਈ ਨਹੀਂ ਸੀ ਪੰਜਾਬ ਦੇ ਵਿੱਚ ਜੀ। ਇਹ ਸਿਰਫ ਜਿਹੜੇ ਲੋਕਾਂ ਦੀਆਂ ਡਿਮਾਂਡਾਂ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਖਾਲਿਸਤਾਨ ਦੀ ਪੂੰਛ ਲਾਈ ਗਈ। ਫੇਰ ਹੁਣ ਕਿਸਾਨੀ ਸੰਘਰਸ਼ ਫੇਰ ਖਾਲਿਸਤਾਨ ਦੀ ਪੂੰਛ ਲਾਈ ਗਈ। ਜਦ ਹੁਣ ਖਾਲਿਸਤਾਨ ਨਹੀਂ ਨਿਕਲਿਆ, ਲੋਕਾਂ ਨੂੰ ਅਕਲ ਆ ਗਈ। ਹੁਣ ਕਾਮਰੇਡ ਲਾਗੇ ਕਹਿਣ ਇਹਦੇ ਤਾਂ ਕਾਮਰੇਡ ਨੇ ਜੀ। ਮਤਲਬ ਕਹਿਣ ਦਾ ਭਾਵ ਹੈ, ਕਹਿਣਾ ਵੀ ਦਾਤੀ ਨੂੰ ਦੰਦੇ ਇੱਕ ਪਾਸੇ ਹੁੰਦੇ ਨੇ, ਜਿਹੜੇ ਲੀਡਰ ਹੈ ਇਹਨਾਂ ਦਾ ਦੋਨੇ ਪਾਸੇ ਦੰਦੇ ਨੇ ਜੀ। ਇਹਨਾਂ ਨੂੰ ਇਹ ਪਤਾ ਬਿਲਕੁਲ ਹੈ ਕਿ ਪੰਜਾਬ ਪ੍ਰਤੀ ਕੇਂਦਰ ਦੀਆਂ ਨੀਤੀਆਂ ਹੁਣ ਤੱਕ ਜਿੰਨੀਆਂ ਵੀ ਰਹੀਆਂ ਨੇ ਪੱਖਪਾਤੀ ਰਹੀਆਂ ਨੇ। ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਕਿਉਂਕਿ ਇੱਥੋਂ ਹੀ ਆਵਾਜ਼ ਉੱਠਦੀ ਹੈ ਵਿਰੋਧ ਦੀ, ਜਿਵੇਂ ਹੁਣ ਕਿਸਾਨਾਂ ਨੇ ਆਵਾਜ਼ ਉਠਾਈ ਹੈ, ਇਸੇ ਤਰ੍ਹਾਂ ਆਜ਼ਾਦੀ ਸੰਗਰਾਮ ਦੇ ਵਿੱਚ ਵੀ ਵੱਡੀ ਆਵਾਜ਼ ਉੱਠੀ ਸੀ। ਵੱਧ ਅਧਿਕਾਰਾਂ ਲਈ ਵੀ ਦੇਸ਼ ਦੇ ਵਿੱਚੋਂ ਸਭ ਤੋਂ ਪਹਿਲਾਂ ਆਵਾਜ਼ ਪੰਜਾਬ 'ਚੋਂ ਉੱਠੀ ਸੀ। ਇਸ ਕਰਕੇ ਪੰਜਾਬ ਦੇ ਨਾਲ ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਫੈਕਟਸ ਵੀ ਦੱਸਦੇ ਆ ਕਿ ਹਰ ਥਾਂ 'ਤੇ ਵਿਤਕਰਾ ਹੁੰਦਾ ਹੈ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਹੈਲੋ ਗਲੋਬਲ ਪੰਜਾਬ ਦੇ ਇਸ ਦੂਸਰੇ ਹਿੱਸੇ ਦੇ ਵਿੱਚ। ਸਾਡੇ ਨਾਲ ਕਾਲਰ ਹੋਲਡ ਤੇ ਨੇ, ਆਓ ਗੱਲ ਕਰਦੇ ਹਾਂ। ਕੌਣ ਨੇ? ਹੈਲੋ, ਵਾਹਿਗੁਰੂ ਜੀ। ਹਾਂਜੀ ਸੇਖੋ ਸਾਹਿਬ ਜੀ। ਹਾਂਜੀ, ਕਲਮ ਨੇ ਜੋ ਲਿਖੇ ਤੁਹਾਡੇ ਨਾਮ ਕਰਦੇ ਹਾਂ, ਸ਼ਹੀਦੋ ਤੁਹਾਡੀ ਯਾਦ ਨੂੰ ਪ੍ਰਣਾਮ ਕਰਦੇ ਹਾਂ ਜੀ। ਡਾਇਰ ਸਾਹਿਬ ਆਪ ਜੀ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੂਨ ਦਾ ਮਹੀਨਾ ਜਦੋਂ ਆਉਂਦਾ ਬੜਾ ਦੁੱਖ ਹੁੰਦਾ ਜੀ। ਸਾਰੇ ਪਰਿਵਾਰਾਂ ਨੂੰ, ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਬੜੇ ਗਮਗੀਨ ਹੋ ਜਾਂਦੇ ਆ। ਪਰ ਆਪਾਂ ਇਹ ਗੱਲ ਸੋਚਣੀ ਹੈ ਤੇ ਤੁਹਾਨੂੰ ਤਾਂ ਪਤਾ ਹੀ ਹੈ ਵੀ ਇਹ ਅਕਾਲ ਤਖ਼ਤ ਤੇ ਜਿਹੜਾ ਹਮਲਾ ਕਰਾਇਆ, ਇੱਕ ਦੂਜੇ ਨੂੰ ਕਹੀ ਜਾਂਦੇ ਆ ਕਰਾਉਣ ਵਾਲੇ ਸਾਰੀਆਂ ਪਾਰਟੀਆਂ ਨੇ ਵੀ ਫੋਨ ਕਰ ਕਰਕੇ, ਰਾਮੂ ਵਾਲਿਆਂ ਨੇ ਸਾਰਿਆਂ ਨੇ ਫੋਨ ਕਰ ਕਰਕੇ ਬੀਬੀ ਕਹਿ ਕੇ ਉਹਨੂੰ ਸੱਦਿਆ। ਅਡਵਾਨੀ ਨੇ ਕਿਤਾਬ 'ਚ ਲਿਖਿਆ ਵੀ ਮੈਂ ਪਹਿਲਾਂ ਹੋਣਾ ਚਾਹੀਦਾ ਸੀ, ਇਹ ਦੁਰਗਾ ਜੀ। ਤੇ ਕਾਂਗਰਸੀਆਂ ਨੇ ਕੀਤਾ ਤੁਹਾਡੇ ਸਾਹਮਣੇ ਹੀ ਹੈ। ਇਹ ਸਾਨੂੰ, ਅਸੀਂ ਤਾਂ ਮਤਲਬ ਸ਼ਹੀਦੀਆਂ ਦੇਣ ਵਾਸਤੇ ਬਣਾਏ ਆ। ਗੁਰੂ ਨੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਸ਼ਹੀਦੀ ਦੇ ਕੇ ਸਾਨੂੰ ਇਹ ਜਾਚਨਾ ਸਿਖਾਈ ਹੈ ਸ਼ਹੀਦ ਕੇ ਹੋਣਾ। ਪਰ ਇਹਨਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਇਹਨਾਂ ਨੇ ਮਤਲਬ ਦਿੱਲੀ ਵੀ ਵੇਖ ਲਓ, ਦਿੱਲੀ ਜੇ ਕੋਈ ਗੱਲ ਹੋ ਗਈ ਤਾਂ ਜਿਨ੍ਹਾਂ ਨੂੰ ਹੋਇਆ ਉਹਨੂੰ ਫਾਂਸੀ ਵੀ ਦੇਤੀ, ਸਾਰਾ ਕੁਝ ਕਰ ਲਿਆ। ਦੂਜਾ ਲੋਕਾਂ ਦਾ ਕੀ ਕਸੂਰ ਸੀਗਾ? 5-7 ਬੰਦਾ ਬੀਬੀ ਤੇ ਬੱਚੇ ਕਿਵੇਂ ਇਹਨਾਂ ਨੇ ਮਾਰੇ। ਤੇ ਉੱਥੇ ਵੀ ਅਕਾਲ ਤਖ਼ਤ ਤੇ ਵੀ ਨੈਣ ਉਹ ਮਿਥਿਆ ਜਿਹੜਾ ਮਤਲਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦਾ ਦਿਨ ਸੀ। ਇਹ ਬੜੀ ਸ਼ਰਮਨਾਕ ਗੱਲ ਆ। ਬਾਹਰਲੇ ਦੇਸ਼ ਵੀ ਇਸ ਗੱਲ ਦੀ ਨਿੰਦਿਆ ਕਰਦੇ ਆ ਤੇ ਇਹ ਨਹੀਂ ਹੋਣਾ ਚਾਹੀਦਾ ਸੀ। ਤੇ ਹੁਣ ਇਹਨੂੰ ਸਾਨੂੰ ਨਿਆਂ ਮਿਲਣਾ ਚਾਹੀਦਾ। ਸਮੇਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਬੇਅਦਬੀ ਹੋਈਆਂ। ਧੰਨਵਾਦ ਜੀ। ਬਹੁਤ ਸਾਰੇ ਲੋਕਾਂ ਦਾ ਉਸ ਵਕਤ ਪਤਾ ਹੀ ਨਹੀਂ ਲੱਗਿਆ, ਕਿੱਥੇ ਗਾਇਬ ਹੋ ਗਏ। ਹਾਲੇ ਤੱਕ ਵੀ ਉਹਨਾਂ ਦਾ ਨਹੀਂ ਪਤਾ ਹੈ। ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਰਹੇ, ਜ਼ਿੰਦਗੀਆਂ ਬਰਬਾਦ ਹੋ ਗਈਆਂ, ਘਰ ਬਰਬਾਦ ਹੋ ਗਏ। ਮਿਲਿਆ ਕੀ? ਸਰਕਾਰਾਂ ਨੇ ਸਾਨੂੰ ਦਿੱਤਾ ਕੀ? ਸਰਕਾਰਾਂ ਦੇਸ਼ ਦੇ ਲਈ ਇਸ ਖਿੱਤੇ ਨੇ ਬਹੁਤ ਵੱਡੀ ਆਜ਼ਾਦੀ ਦੇ ਵੇਲੇ ਕੁਰਬਾਨੀ ਦਿੱਤੀ। ਖੁਰਾਕ ਦੇ ਮਸਲੇ ਦੇ ਵਿੱਚ ਭੁੱਖ ਨੰਗ ਚੋਂ ਕੱਢਿਆ ਤੇ ਇਸ ਖਿੱਤੇ ਨੂੰ ਮਿਲਿਆ ਕੀ ਹੈ? ਇਹ ਅੱਜ ਸਾਰਿਆਂ ਦੇ ਸਾਹਮਣੇ ਇਸੇ ਦਾ ਹੀ ਤਾਂ ਦੁੱਖ ਹੈ ਜਦੋਂ ਗੱਲ ਹੁੰਦੀ ਹੈ। ਹੈਲੋ ਸਤਿ ਸ੍ਰੀ ਅਕਾਲ ਜੀ। ਮੈਂ ਹਰਭਜਨ ਸਿੰਘ ਬੋਲਣਾ ਕੈਨੇਡਾ ਤੋਂ ਜੀ।
ਜੀ ਹਰਭਜਨ ਸਿੰਘ ਜੀ, ਜੀ ਆਇਆਂ ਨੂੰ। ਹਾਂਜੀ, ਤੁਹਾਨੂੰ ਪਤਾ ਹੋਏਗਾ ਕਿ ਸਰ ਵਿੰਸਟਨ ਚਰਚਲ ਉਹ ਕੈਨੇਡਾ ਦੇ ਅਮਰੀਕਾ ਦੇ ਉਹਦੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਸਨ 1946 ਚ ਜੀ, ਤੇ ਉਹਨਾਂ ਨੇ ਇੰਡੀਆ ਨੂੰ ਆਜ਼ਾਦੀ ਮਿਲਣ ਵਾਲੀ ਸੀ ਤੇ ਉਹਨਾਂ ਨੇ ਇੰਡੀਆ ਬਾਰੇ ਪਛੀਨਗੋਈ ਕੀਤੀ ਸੀ ਕਿ ਅਸੀਂ ਇੰਡੀਆ ਦੇ ਗਰੀਬ ਲੋਕਾਂ ਨੂੰ ਇਹ ਜਿਹੜੇ ਖੂਨੀ ਭੇੜੀਏ ਨੇ ਇਹਨਾਂ ਦੇ ਰਹਿਮ ਥੱਲੇ ਅੱਗੇ ਛੱਡ ਚੱਲੇ ਆ। ਤੇ ਉਹਨਾਂ ਨੇ ਇਹਨਾਂ ਨੇ ਭਾਰਤ ਦੇ ਸਿਆਸਤਾਂ ਨੂੰ ਆਖਿਆ ਸੀ ਇਹ ਲੁੱਚੇ ਲਫੰਗੇ ਬਦਮਾਸ਼ ਬੇਈਮਾਨ ਠੱਗ ਖੂਨੀ ਭੇੜੀਏ, ਇਹਨਾਂ ਦੇ ਰਹਿਮ ਤੇ ਅਸੀਂ ਹਿੰਦੁਸਤਾਨ ਦੇ ਗਰੀਬ ਲੋਕਾਂ ਨੂੰ ਛੱਡ ਚੱਲੇ ਆ। ਇਹਨਾਂ ਨੇ ਘਪਲੇ ਕਰ ਇੰਨਾ ਸੱਤਿਆਨਾਸ਼ ਇੰਡੀਆ ਦਾ ਵੱਢਣਾ ਹੈ ਕਿ ਅਮੀਰ ਹੋਰ ਹੋ ਜਾਣਗੇ, ਗਰੀਬ ਹੋ ਜਾਣਗੇ ਤੇ ਇੱਥੇ ਹਰ ਇੱਕ ਚੀਜ਼ ਮੁੱਲ ਵਿਕੇਗੀ, ਸਿਰਫ ਹਵਾ ਹੀ ਫ੍ਰੀ ਹੋਏਗੀ। ਤੇ ਵੇਖੋ ਉਹਨਾਂ ਦੀ ਪ੍ਰੈਡਿਕਸ਼ਨ ਕਿੰਨੀ ਠੀਕ ਨਿਕਲੀ ਹੈ। ਸੱਚਮੁੱਚ ਇਹ ਖੂਨੀ ਭੇੜੀਏ ਨੇ ਤੇ ਅਸੀਂ ਸਾਨੂੰ ਤੇ ਭਾਰਤ ਦੇ ਸਿਆਸਤਾਂ ਕੀੜੇ ਮਕੌੜੇ ਸਮਝਦੇ ਨੇ। ਜੀ ਬਿਲਕੁਲ, ਬਹੁਤ ਵਧੀਆ ਹਰਭਜਨ ਜੀ, ਤੁਸੀਂ ਬਹੁਤ ਐਨਾਲਿਸਿਸ ਵਧੀਆ ਕੀਤਾ ਕਿ ਹੁਣ ਤੱਕ ਵੇਖੋ 47 ਤੋਂ ਲੈ ਕੇ ਕਿੰਨਾ ਖੂਨ ਖਰਾਬਾ ਹੋਇਆ, ਸਰਕਾਰਾਂ ਬਦਲਦੀਆਂ ਰਹੀਆਂ ਨੇ, ਕਿਸੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਔਰ ਦੇਸ਼ ਦਾ ਬਹੁਤਾ ਪੈਸਾ ਘਪਲਿਆਂ ਦੇ ਵਿੱਚ ਚਲਿਆ ਗਿਆ ਔਰ ਘਪਲੇ ਵੀ ਆਜ਼ਾਦੀ ਤੋਂ ਬਾਅਦ ਹੀ ਸ਼ੁਰੂ ਹੋ ਗਏ ਸੀ। ਪਹਿਲੇ ਘਪਲਾ ਡਿਫੈਂਸ ਦੇ ਵਿੱਚ ਹੋਇਆ ਔਰ ਉਹਦੇ ਵਿੱਚ ਜੀਪਾਂ ਦਾ ਮਸਲਾ ਖੜਾ ਹੋਇਆ। ਉਸ ਤੋਂ ਲੈ ਕੇ ਹੁਣ ਤੱਕ ਤੁਸੀਂ ਗਿਣ ਲਓ ਕਿ ਕਦੇ ਚਾਰਾ ਘੁਟਾਲਾ, ਕਦੇ ਯੂਰੀਆ ਘੁਟਾਲਾ, ਕਦੇ ਕਣਕ ਵਾਲਾ, ਕਦੇ ਤੇਲ ਦਾ, ਔਰ ਇਹਦੇ ਨਾਲ ਫਿਰ ਖੱਫੜਾਂ ਤੱਕ ਜੋ ਸਰਕਾਰ ਨੇ ਮਸਲੇ ਆਏ, ਸਕੈਂਡਲ ਬਣੇ ਕਿ ਪੈਸੇ ਉਹਦੇ ਵਿੱਚੋਂ ਖਾ ਗਏ ਕਰਮਚਾਰੀ, ਮੰਤਰੀ, ਉੱਪਰਲੇ ਲੈਵਲ ਦੇ। ਫੌਜ ਦੇ ਵਿੱਚ ਕਿੰਨੇ ਵੱਡੇ ਸਕੈਂਡਲ ਆਏ ਆ। ਇਹਦੇ ਨਾਲ ਕੋਲ ਮਾਈਨਸ ਦਾ ਸਕੈਂਡਲ ਆਇਆ, ਹਰਸ਼ਦ ਮਹਿਤਾ ਵਾਲਾ ਸਕੈਂਡਲ ਆਇਆ, ਸਿਕਿਉਰਿਟੀ ਸਕੈਮਸ ਦਾ ਮਸਲਾ ਆਇਆ। ਸਾਡੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਸਟੈਂਪਸ ਲੱਗਦੀਆਂ, ਸਟੈਂਪ ਡਿਊਟੀ, ਉਹਦਾ ਤੇਲਗੀ ਵਾਲਾ ਕਿੰਨਾ ਵੱਡਾ ਮਸਲਾ ਆਇਆ। ਸਾਰੇ ਲੋਕਾਂ ਨੇ ਪੈਸੇ ਹਜਮ ਕਰ ਲਏ, ਆਪਣੀਆਂ ਜਾਇਦਾਦਾਂ ਬਣਾ ਲਈਆਂ, ਕਿਸੇ ਨੂੰ ਕੁਝ ਨਹੀਂ ਹੋਇਆ। ਆ ਹੁਣ ਲੰਮੇ ਸਮੇਂ ਤੋਂ ਬਾਅਦ, ਕਿਉਂਕਿ ਸਰਕਾਰਾਂ ਵਿਰੋਧ ਵਿੱਚ ਹੁੰਦੀਆਂ ਨੇ, ਲਾਲੂ ਪ੍ਰਸਾਦ ਨੂੰ ਤਾਂ ਅੰਦਰ ਭੇਜਿਆ ਕਿਉਂਕਿ ਉਹਦੀ ਕਿਸੇ ਪਾਰਟੀ ਨਾਲ ਬਣਦੀ ਨਹੀਂ ਸੀ। ਇਸੇ ਤਰ੍ਹਾਂ OP ਚੌਟਾਲਾ ਨੂੰ ਭੇਜਿਆ, ਜੈ ਲਲਿਤਾ ਨੂੰ ਭੇਜਿਆ, ਕੇ ਰਾਜਾ ਨੂੰ ਭੇਜਿਆ। ਲੇਕਿਨ ਗੱਲ ਇਹ ਹੈ ਕਿ ਜਿੰਨੇ ਲੋਕਾਂ ਨੇ ਹੁਣ ਤੱਕ ਘਪਲੇ ਕੀਤੇ ਆ ਕਿ ਉਹ ਸਾਰੇ ਅੰਦਰ ਗਏ, ਉਹਨਾਂ ਦੇ ਪੈਸੇ ਵਾਪਸ ਆਏ, ਦੇਸ਼ ਨੂੰ ਮਿਲੇ, ਕੁਝ ਨਹੀਂ ਮਿਲਿਆ ਔਰ ਸੱਤਿਆਨਾਸ਼ ਦੇਸ਼ ਦੀ ਆਰਥਿਕਤਾ ਦਾ ਹੋ ਗਿਆ। ਔਰ ਜਿਹੜੇ ਲੋਕ ਮਿਹਨਤ ਕਰਨ ਵਾਲੇ ਉਹਨਾਂ ਦਾ ਬੁਰਾ ਹਾਲ ਇਸ ਸਮੇਂ ਦੇ ਦੌਰਾਨ ਕਰ ਦਿੱਤਾ। ਹੈਲੋ ਹਾਂਜੀ ਬੜੈਚ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਮੈਂ ਮਾਸਟਰ ਸਵਰਨ ਸਿੰਘ ਬੋਲਦਾ ਜੀ ਕੈਨੇਡਾ ਤੋਂ। ਹਾਂਜੀ ਮਾਸਟਰ ਜੀ, ਜੀ ਆਇਆਂ ਨੂੰ ਜੀ। ਹਾਂਜੀ ਮੈਂ ਜੀ ਇਸ ਜਿਹੜਾ ਹੈਗਾ ਆਪਣਾ ਬਲੂ ਸਟਾਰ ਆਪਰੇਸ਼ਨ ਆ, ਇਹਦੇ ਥੋੜੀ ਜਿਹੀ ਬੈਕਗਰਾਊਂਡ ਵਿੱਚ ਜਾਊਂਗਾ ਵੀ ਇਹ ਗੱਲ ਸ਼ੁਰੂ ਕਿੱਥੋਂ ਹੋਈ ਆ। ਇਹ ਗੱਲ ਬਾਈ ਜੀ ਸ਼ੁਰੂ ਹੋਈ ਅਨੰਦਪੁਰ ਸਾਹਿਬ ਦੇ ਮਤੇ ਤੋਂ, ਜਿਹੜੇ ਕਿ ਰਾਜਾਂ ਦੇ ਵੱਧ ਅਧਿਕਾਰ ਸੀ, ਉੱਥੋਂ ਇਹ ਗੱਲ ਸ਼ੁਰੂ ਹੋਈ ਸੀ ਜੀ। ਤੇ ਇਹ ਸ਼ੁਰੂ ਕੀਤੀ ਸੀ ਅਕਾਲੀਆਂ ਨੇ, ਪਰ ਇਹ ਅਕਾਲੀ ਇਸ ਗੱਲ ਤੋਂ ਪਿੱਛੇ ਹਟ ਗਏ ਤੇ ਇਹਦੇ ਵਿੱਚ ਫਿਰ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਸੀ, ਇਹ ਇਹਦੇ ਮੂਹਰੇ ਆਇਆ ਤਾਂ ਇਹ ਗੱਲ ਇੱਥੋਂ ਚੱਲਦੀ ਸ਼ੁਰੂ ਹੋਈ ਸੀ ਜੀ। ਤੇ ਚਲਦੀ ਫਿਰ ਇਹ ਬੰਦਾ ਪਾਵਰ ਹੋ ਗਿਆ ਤੇ ਇਹਨੇ ਫਿਰ ਆਪਣਾ ਜਿਹੜਾ ਕੁਝ ਹੋਇਆ ਤੁਹਾਨੂੰ ਪਤਾ ਬਈ ਆਪਣਾ ਅਕਾਲ ਤਖਤ ਤੇ ਚਲੇ ਗਏ। ਤੇ ਜਿਹੜੀ ਗੱਲ ਸੀ ਇਹ ਮਤਲਬ ਕਾਂਗਰਸ ਨੇ ਇਸ ਨੂੰ ਬੜੀ ਇੱਕ ਨਾਟਕੀ ਢੰਗ ਦੇ ਨਾਲ, ਜਿਵੇਂ ਫਿਲਮ ਦੀ ਕਹਾਣੀ ਹੁੰਦੀ ਹੈ, ਇਹਨੂੰ ਸਿਰੇ ਚੜਾ ਕੇ ਥੱਲੇ ਸਿੱਟਿਆ। ਬਿਲਕੁਲ ਸਹੀ ਗੱਲ। ਕਿੰਨੇ ਹਥਿਆਰ ਜਮ੍ਹਾਂ ਹੋਏ ਕਿ ਉਹ 3 ਦਿਨਾਂ ਤੱਕ ਇੱਕ ਫੌਜ ਦਾ ਟਾਕਰਾ ਕਰਨ ਦੇ ਕਾਬਲ ਹੋ ਗਏ। ਉਹਨਾਂ ਨੇ ਇਹਨਾਂ ਦੀਆਂ ਏਜੰਸੀਆਂ ਕਿੱਥੇ ਗਈਆਂ ਹੋਈਆਂ ਸੀ, ਇੰਟੈਲੀਜੈਂਸ, ਵੀ ਉਹਨਾਂ ਨੇ ਫੜੇ ਕਿਉਂ ਨਹੀਂ, ਦੱਸਿਆ ਕਿਉਂ ਨਹੀਂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਉਹਨੂੰ ਸਿਰੇ ਚੜਾ ਕੇ ਇਹਨਾਂ ਨੇ ਥੱਲੇ ਸਿੱਟਿਆ। ਦੂਜੀ ਗੱਲ ਇਹ ਕਿ ਮੰਨ ਲਓ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗੁੰਡੇ ਸੀ ਜਾਂ ਕਿਵੇਂ ਸੀ, ਕੁਝ ਕਹਿ ਲਓ ਉਹਨਾਂ ਨੂੰ, ਬਈ ਜੋ ਅੱਤਵਾਦੀ ਸੀਗੇ, ਗੁੰਡੇ ਤਾਂ ਮੈਂ ਨਾ ਕਹਾਂ, ਉਹ ਅੱਤਵਾਦੀ ਸੀਗੇ ਤੇ ਉਹਨਾਂ ਨੂੰ ਫੜਨ ਦਾ ਢੰਗ ਕੋਈ ਹੋਰ ਵੀ ਹੋ ਸਕਦਾ ਸੀ ਜੀ। ਉਹਨਾਂ ਨੂੰ ਕੋਈ ਜ਼ਰੂਰੀ ਨਹੀਂ ਸੀ ਵੀ ਤੋਪਾਂ ਦੇ ਗੋਲਿਆਂ ਦੇ ਨਾਲ ਇਹਦੀ ਢਹਿ ਢੇਰੀ ਕਰਨਾ ਆਪਣੇ ਅਕਾਲ ਤਖਤ ਨੂੰ। ਉਹਨਾਂ ਨੂੰ ਫੜਨ ਦਾ ਕੋਈ ਹੋਰ ਢੰਗ ਵੀ ਅਪਣਾਇਆ ਜਾ ਸਕਦਾ ਸੀ। ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਬੜੇ ਭੈੜੇ ਢੰਗ ਦੇ ਨਾਲ ਇਹ ਕਾਰਵਾਈ ਕੀਤੀ। ਹਵਾ ਆਪਣੀ ਪਾਣੀ ਬੰਦ ਕੀਤਾ ਜਾ ਸਕਦਾ ਸੀ, ਬਿਜਲੀ ਬੰਦ ਕੀਤੀ ਜਾ ਸਕਦੀ ਸੀ, ਅਥਰੂ ਗੈਸ ਸਿੱਟਿਆ ਜਾ ਸਕਦੇ ਸੀ। ਇਸ ਲਈ ਉਹਨਾਂ ਨੇ ਕਾਰਵਾਈ ਆ ਜਿਹੜੀ ਉਹ ਬਹੁਤ ਗਲਤ ਕੀਤੀ ਆ, ਜਿਹੜੀ ਕਿ ਨਹੀਂ ਹੋਣੀ ਚਾਹੀਦੀ। ਬਿਲਕੁਲ ਇਸੇ ਹੀ ਗੱਲ ਦੇ ਉੱਤੇ ਇਤਰਾਜ਼ ਸੀ
ਕਿ ਸਰਕਾਰ ਅਗਰ ਚਾਹੁੰਦੀ ਸੀ ਕਿ ਪੰਜਾਬ ਦਾ ਭਲਾ ਹੁੰਦਾ ਤਾਂ ਉਹਦੇ ਕੋਲੇ ਹੋਰ ਬੜੇ ਢੰਗ ਤਰੀਕੇ ਸੀ, ਪਰ ਪਹਿਲਾਂ ਸਰਕਾਰੀ ਏਜੰਸੀਆਂ ਨੇ ਆਪ ਸਭ ਕੁਝ ਕਰਵਾਇਆ। ਇਹ ਦੋਸ਼ ਲੱਗਦੇ ਆ, ਐਨਾਲਿਸਿਸ ਹੁੰਦੇ ਆ ਜਦੋਂ ਪੋਲੀਟੀਕਲੀ ਸਾਰੀ ਸਿਚੁਏਸ਼ਨ ਦਾ, ਤਾਂ ਸਰਕਾਰ ਨੇ ਆਪ ਕਰਵਾਇਆ ਤਾਂ ਕਿ ਸਰਕਾਰ ਨੂੰ ਬਹਾਨਾ ਮਿਲ ਸਕੇ। ਲੇਕਿਨ ਜੋ ਲੋਕ ਉੱਥੇ ਨਿਰਦੋਸ਼ ਮਾਰੇ ਗਏ, ਜਿਨ੍ਹਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਗਿਆ, ਉਹਨਾਂ ਦੀ ਬੁਰੀ ਹਾਲਤ ਕੀਤੀ ਗਈ। ਕੁਝ ਤਸਵੀਰਾਂ ਬਾਹਰ ਆਈਆਂ, ਉਹਨਾਂ ਤੋਂ ਪਤਾ ਲੱਗਦਾ ਕਿ ਕਿਵੇਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਫੌਜੀ ਵੀ ਮਾਰੇ ਗਏ ਉੱਥੇ ਅੰਦਰ। ਹੈ ਤੇ ਉਹ ਵੀ ਸਾਡੇ ਦੇਸ਼ ਵਾਸੀ ਸੀਗੇ, ਪਰ ਉਹ ਮਜਬੂਰੀ ਵਾਸਤੇ, ਡਿਊਟੀ ਵਾਸਤੇ ਉੱਥੇ ਵਾੜੇ ਗਏ, ਔਰ ਇਹ ਦੁੱਖ ਦੀ ਗੱਲ ਸੀ। ਹੈਲੋ ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ ਜੀ, ਸ਼ੇਰਗਿੱਲ ਸਾਹਿਬ। ਹਾਂਜੀ ਬਾਈ, ਮੈਂ ਇੱਕ ਗੱਲ ਕਰੂੰਗਾ ਵੀ ਜਿਹੜਾ ਇਹ ਜਿਹੇ ਵਰਤਾਰੇ ਵਰਤਦੇ ਆ, ਖਾਸ ਕਰਕੇ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਉਹ ਵੀ ਉਹਨਾਂ ਲੋਕਾਂ ਕੰਨਿਓ ਬਾਈ ਜੀ ਜਿਹੜੇ ਲੋਕਾਂ ਨੇ ਚੁਣਿਆ ਵੋਟਾਂ ਰਾਹੀਂ ਤੇ ਨੁਮਾਇੰਦੇ ਬਣਾ ਕੇ ਭੇਜਿਆ, ਤੇ ਸਿਰਫ ਉਹਨਾਂ ਤੇ ਕੁਰਸੀ ਤੇ ਬੈਠਣ ਦੀ ਸੌੜੀ ਸਿਆਸੀ ਜਿਹੜੀ ਸੋਚ ਸੀ, ਲੋੜ ਸੀ, ਉਹਦੀ ਖਾਤਰ ਇਹਨਾਂ ਨੇ ਹੱਕੀ ਮੰਗਾਂ ਨੂੰ ਜਾਇਜ਼ ਮੰਗਾਂ ਮੈਂ ਕਹੂੰਗਾ, ਜਿਹੜਾ ਆਨੰਦਪੁਰ ਵਾਲਾ ਮਤਾ ਜੋ ਵੀ ਬਣਦਾ ਸੀ ਉਹਨੂੰ ਕਿਵੇਂ ਧਰਮ ਦੇ ਨਾਂ ਤੇ ਬਦਲਿਆ। ਫਿਰ ਵੇਖੋ ਕਿੱਥੋਂ ਤੱਕ ਉਹਨੂੰ ਲਗਾਏ। ਫਿਰ ਜਦੋਂ ਲੋੜ ਪੈ ਗਈ 100 ਬਾਰ ਹੋ ਗਿਆ ਤੇ ਉਹਨੂੰ ਕ੍ਰਸ਼ ਕਰਤਾ। ਫਲੈਸ਼ ਆਊਟ ਵੀ ਕਰਨ ਦਾ ਕੋਈ ਤਰੀਕਾ ਨਹੀਂ, ਤੇ ਜਿਹਦੇ ਚ ਕੋਈ ਵੀ ਮਰਦਾ, ਭਾਵੇਂ ਹਿੰਦੂ ਮਰਦਾ, ਸਿੱਖ ਮਰਦਾ, ਜਿਵੇਂ ਤੁਸੀਂ ਕਿਹਾ ਫੌਜੀ ਮਰਦੇ, ਇਹਨਾਂ ਨੂੰ ਕੋਈ ਸਾਰੋਕਾਰ ਨਹੀਂ ਬਾਈ ਜੀ। ਇਹਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਜਦੋਂ ਹਾਕਮ ਹੀ ਜ਼ਾਲਮ ਹੋਵੇ ਤੇ ਉਹਨੇ ਇਨਸਾਫ ਕੀ ਦੇਣਾ। ਤੇ ਜਿਹੜੀ ਦੂਜੀ ਗੱਲ ਬਾਈ ਜੀ ਤੁਸੀਂ ਕਿਹਾ ਵੀ ਆ ਜਿਹੜੇ ਕੀ ਨੌਕਰੀਆਂ ਤਰਸ ਦੇ ਆਧਾਰ ਤੇ, ਪਟੂਆ ਇਹਨਾਂ ਨੂੰ ਪੁੱਛੋ ਵੀ ਕਿਹੜਾ MP ਜਾਂ MLA, ਕਿਹੜਾ ਗਰੀਬ ਹੈ ਜਿਹਦੇ ਤਰਸ ਕਰਦੇ। ਇੱਕ ਦੋ ਨੂੰ ਛੱਡ ਕੇ ਬਾਈ ਜੀ, ਜਿਹੜੇ ਕਰੋੜਾਂ ਰੁਪਈਆ ਆਪਦੀ ਚੋਣ ਤੇ ਖਰਚ ਸਕਦਾ MLA ਜਾਂ MP, ਤੇ ਉਹਦੇ ਤੇ ਤਰਸ ਕਾਹਦਾ ਬਾਈ ਜੀ? ਮੈਨੂੰ ਤਾਂ ਸਮਝ ਨਹੀਂ ਲੱਗੀ। ਤਰਸ ਕਰੋ ਜਿਹੜੇ ਆਮ ਘਰਾਂ ਦੇ ਲੋਕ, ਮੈਂ ਤਾਂ ਕਹੂੰ ਭਾਵੇਂ ਉਹ ਦਲਿਤ ਨਾ, ਭਾਵੇਂ ਮੱਧ ਵਰਗ ਚੋਂ ਆ, SC ਚੋਂ, ਜਿਹੜੇ ਯੋਗਤਾ ਦੇ ਆਧਾਰ ਤੇ ਜਿਨ੍ਹਾਂ ਨੇ ਡਿਗਰੀਆਂ ਲਈਆਂ ਤੇ ਪੜ੍ਹਾਈਆਂ ਕੀਤੀਆਂ, ਉਹਨਾਂ ਨੂੰ ਦਿਓ ਪਹਿਲ ਦੇ ਆਧਾਰ ਤੇ। ਤੇ ਇਹਨਾਂ ਨੂੰ ਬਾਈ ਜੀ ਬਾਰੇ ਜਾਈਏ, ਹਰ ਪਾਸੇ ਹੀ ਇਹਨਾਂ ਦਾ ਹੱਥ ਹੈ। ਜਿੰਨਾ ਚਿਰ ਲੋਕ ਹੀ ਨਹੀਂ ਸਮਝਦੇ ਬਾਈ ਜੀ ਇਹ ਵਰਤਾਰਾ ਵਰਤਦਾ ਰਹੂਗਾ ਨੌਕਰੀਆਂ ਵਾਲਾ ਵੀ, ਤੇ ਇਹ ਧਰਮ ਮੁੱਦਿਆਂ ਤੇ ਵੀ ਇਹ ਫਾਇਦਾ ਉਠਾਉਂਦੇ ਰਹਿਣਗੇ ਬਾਈ ਜੀ। ਇੰਨੇ ਕਹੂੰ ਜੀ। ਗੱਲ ਇਹ ਆ ਕਿ ਜਦੋਂ ਅਸੀਂ ਇਸ ਦੇ ਥੋੜਾ ਜਿਹਾ ਪਿਛੋਕੜ 'ਚ ਵੇਖਦੇ ਹਾਂ, ਆਪਣੇ ਪਰਿਵਾਰ ਨੂੰ ਅੱਗੇ ਲਿਆਉਣਾ, ਉਹਨਾਂ ਨੂੰ ਨੌਕਰੀਆਂ ਦੇਣੀਆਂ, ਉਹਨਾਂ ਨੂੰ ਮੰਤਰੀ ਬਣਾਉਣਾ, ਚੇਅਰਮੈਨ ਬਣਾਉਣੇ, ਇਹ ਵੀ ਭ੍ਰਿਸ਼ਟਾਚਾਰ ਹੈ। ਇੱਕ ਭ੍ਰਿਸ਼ਟਾਚਾਰ ਦੀ ਇਹ ਵੀ ਇੱਕ ਵੱਖਰੀ ਕਿਸਮ ਦੀ ਜਿਹੜੀ ਆ ਉਹ ਕਿਸਮ ਹੈਗੀ ਆ। ਹੁਣ ਵੇਖੋ ਵੀ ਜਦੋਂ ਕਾਂਗਰਸ ਪਾਰਟੀ ਦੀ ਆਪਾਂ ਹੁਣ ਦੀ ਵੀ ਗੱਲ ਕਰੀਏ ਤਾਂ ਤੁਸੀਂ ਵੇਖ ਲਓ ਕਿ ਉਹਨਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਆਪ ਮੁੱਖ ਮੰਤਰੀ ਨੇ, ਤੇ ਉਹਨਾਂ ਦੇ ਘਰ ਵਾਲੀ ਮੈਡਮ ਆਪਣੇ ਪਰਨੀਤ ਕੌਰ ਜੀ ਇੱਥੋਂ ਮੈਂਬਰ ਪਾਰਲੀਮੈਂਟ ਨੇ। ਇਸੇ ਤਰ੍ਹਾਂ ਤੁਸੀਂ ਬਾਕੀ ਨੂੰ ਵੇਖ ਲਓ, ਕੋਈ ਨਾ ਕੋਈ ਕਿਤੇ ਨਾ ਕਿਤੇ ਚੇਅਰਮੈਨ ਲੱਗਿਆ ਹੋਇਆ, ਕੋਈ ਨਾ ਕੋਈ ਕਿਤੇ ਨਾ ਕਿਸੇ ਪਾਸੇ ਉਹਨਾਂ ਨੇ ਇੱਕ ਦੂਜੇ ਨੂੰ ਲਾਇਆ, ਤੇ ਅੱਗੋਂ ਕੋਸ਼ਿਸ਼ ਇਹ ਹੁੰਦੀ ਹੈ ਕਿ ਪਰਿਵਾਰ ਅੱਗੇ ਦੀ ਅੱਗੇ ਚੱਲਦੇ। ਇਸੇ ਤਰ੍ਹਾਂ ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਬਾਦਲ ਸਾਹਿਬ ਆਪ ਮੁੱਖ ਮੰਤਰੀ, ਪੁੱਤਰ ਉਪ ਮੁੱਖ ਮੰਤਰੀ, ਆਪਣੀ ਨੂੰਹ ਉਹ ਮੈਂਬਰ ਪਾਰਲੀਮੈਂਟ, ਨਾਲੇ ਹੁਣ ਉੱਥੇ ਅੱਗੇ ਮੰਤਰੀ ਰਹੇ ਉਹ ਬਾਅਦ ਦੇ ਵਿੱਚ, ਫਿਰ ਸਾਲਾ ਸੁਖਬੀਰ ਦੇ ਮਜੀਠੀਆ ਜੀ ਉਹ ਮੰਤਰੀ, ਨਾਲ ਦੀ ਨਾਲ ਹੋਰ ਬਹੁਤ ਸਾਰੀ ਲੰਮੀ ਤੁਸੀਂ ਫਰਿਸ਼ਟ ਕੱਢੋ, ਆਦੇਸ਼ ਪ੍ਰਤਾਪ ਜਵਾਈ ਉਹਨਾਂ ਦੇ, ਸਾਰਾ ਪਰਿਵਾਰ ਹੀ ਉੱਥੇ ਹੈ। ਇਹ ਸਾਰੀਆਂ ਪਾਰਟੀਆਂ ਦੇ ਵਿੱਚ ਹੈ। ਇਹਨਾਂ ਨੂੰ ਸਿਰਫ ਲੱਗਦਾ ਹੁੰਦਾ ਹੈ ਕਿ ਆਪਣੇ ਪਰਿਵਾਰ ਨੂੰ ਹੀ ਪਾਲ ਲਵੋ। ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਨੇ ਤਾਂ ਵੋਟਾਂ ਦੇ ਹੀ ਦੇਣੀਆਂ 5 ਸਾਲਾਂ ਬਾਅਦ। ਇੱਥੇ ਬੜੀ ਗੱਲ ਕਰੀ ਹੈ ਕਿ ਲੋਕਾਂ ਦੇ ਵਿੱਚ ਇਹ ਜਾਗਰੂਕਤਾ ਆਉਣੀ ਜ਼ਰੂਰੀ ਹੈ ਕਿ ਇਸ ਕਿਸਮ ਦੇ ਮੈਨੀਫੈਸਟੋ ਵੀ ਹੋਵੇ। ਇੱਕ ਪਰਿਵਾਰ ਦੇ ਵਿੱਚੋਂ ਕਿੰਨੇ ਮੰਤਰੀ ਬਣ ਸਕਦੇ ਆ, ਇੱਕ ਪਰਿਵਾਰ ਦੇ ਵਿੱਚੋਂ ਕਿੰਨੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਨੇ। ਗੱਲ ਜਾਰੀ ਰੱਖਦੇ ਹਾਂ। ਹੈਲੋ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਰਾਮ ਸ਼ਰਮਾ ਜੀ। ਜੀ ਤੁਸੀਂ ਦੇਖੋ ਜੀ ਕਿ ਜਿਹੜਾ ਇਹ 84 ਦਾ ਸਾਲ ਹੈਗਾ, ਇਹ ਇੱਕ ਇਤਿਹਾਸ ਦੇ ਵਿੱਚ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ। ਔਰ ਇਹ ਦੇਖੋ ਕਿ ਤੁਸੀਂ ਜਿਹੜਾ ਇਹ ਫੋੜਾ ਸੀਗਾ ਇੱਕ ਤਰ੍ਹਾਂ ਦਾ, ਉਹ ਨਸੂਰ ਬਣ ਗਿਆ ਜਿਹੜਾ ਕਿ ਰਸਦਾ ਰਹੂਗਾ। ਇੱਕ ਇਹੋ ਜਿਹਾ ਦਿਨ ਚੁਣਿਆ ਗਿਆ ਜਿੱਦਣ ਕਿ ਇੱਥੇ 5ਵੇਂ ਪਾਤਸ਼ਾਹ ਦਾ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਸੀ, ਸ਼ਾਂਤੀ ਦੇ ਪੁੰਜ ਸੀ ਉਹ। ਔਰ ਇਹ ਸਭ ਕਾਸੇ ਵਾਸਤੇ ਇਹ ਕਾਂਗਰਸ ਦੇ ਸਿਰ ਮੜ ਦਿੱਤਾ ਗਿਆ। ਪਰ ਲਾਲ ਕ੍ਰਿਸ਼ਨ ਵਾਨੀ, ਪ੍ਰਕਾਸ਼ ਸਿੰਘ ਬਾਦਲ ਤੇ ਇਹਨਾਂ ਦੇ ਬਰਾਬਰ ਦੇ ਜਿਹੜੇ ਹੋਰ ਨੇਤਾ ਸੀਗੇ ਉਹ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਹੈ। ਪਰ ਗੱਲ ਇਹ ਹੋਈ ਕਿ ਅਕਾਲੀ ਦਲ ਨੇ ਇਹਨੂੰ ਭੰਡਣ ਦਾ ਜਿਹੜਾ ਸੀਗਾ ਉਹ ਠੇਕਾ ਹੀ ਲੈ ਲਿਆ ਕਿਤੇ ਵੀ ਸੀਗਾ। ਕਈ ਲੋਕ ਆ ਜਿਹੜੇ ਉੱਥੇ ਉਹ ਸੋਨੇ ਦਾ ਝੋਲਾ ਭਰ ਕੇ ਉੱਥੋਂ ਨਿਕਲੇ ਤੇ ਉਹ ਅੱਜ ਕੱਲ੍ਹ ਜਿਹੜੇ ਹੈਗੇ ਆ ਅਕਾਲੀ ਸਰਕਾਰ ਦੇ ਨਾਲ ਮਿਨਿਸਟਰ ਰਹੇ ਆ। ਔਰ ਦੂਸਰੀ ਤੁਸੀਂ ਹਾਲ ਦੇਖੋ ਕਿ ਇਹ ਜਿਹੜਾ ਸਮਾਂ ਹੈਗਾ ਇਹ ਭੁੱਲਣ ਵਾਲਾ ਨਹੀਂ, ਔਰ ਉਸ ਟਾਈਮ ਦੇ ਵਿੱਚ ਹੋਏ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੀਦਾ। ਥੈਂਕ ਯੂ ਵੈਰੀ ਮੱਚ ਜੀ, ਸ਼ੁਕਰੀਆ ਜੀ ਸ਼ਰਮਾ ਜੀ।
हर ਜ਼ੁਬਾਨ ਦੇ ਉੱਤੋਂ ਇਸ ਘਟਨਾ ਦੀ ਨਿੰਦਿਆ ਹੋਈ ਹੋ ਰਹੀ ਹੈ, ਹੁੰਦੀ ਰਹੇਗੀ। ਕਦੇ ਵੀ ਇਸ ਘਟਨਾ ਨੂੰ ਜਸਟੀਫਾਈ ਕੋਈ ਸਰਕਾਰ ਕੋਈ ਪਾਰਟੀ ਨਹੀਂ ਕਰ ਸਕਦੀ ਕਿ ਇਹ ਠੀਕ ਹੋਇਆ ਸੀ। ਹਾਲਾਂਕਿ ਲੋਕ ਉਸ ਵਕਤ ਜੋ ਮਾਹੌਲ ਬਣਿਆ ਹੋਇਆ ਸੀ 84 ਦੇ ਵਿੱਚ ਬਹੁਤ ਤੰਗ ਸੀ, ਸ਼ਾਮ ਨੂੰ ਘਰਾਂ ਚੋਂ ਨਿਕਲਣਾ ਮੁਸ਼ਕਿਲ ਹੋਇਆ ਸੀ ਤੇ ਉਹਦਾ ਸਾਰਾ ਸਿਹਰਾ ਇਹ ਦੱਸਿਆ ਜਾਂਦਾ ਸੀ ਕਿ ਜੀ ਸਿੱਖ ਅੱਤਵਾਦੀ ਨੇ। ਪਰ ਗੱਲ ਇਹ ਆ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ, ਅਖਬਾਰਾਂ ਵੀ ਇਸ ਪਾਸੇ ਲੱਗੀਆਂ ਹੋਈਆਂ ਸੀ ਉਸ ਵਕਤ ਤੇ ਟਾਈਟਲਸ ਵੀ ਹੈਡਲਾਈਨਸ ਵੀ ਇਸ ਤਰ੍ਹਾਂ ਦੀਆਂ ਆਉਂਦੀਆਂ ਸੀ ਬਦਨਾਮ ਕਰਨ ਦੀ ਕੋਸ਼ਿਸ਼। ਲੇਕਿਨ ਜੋ ਅਸਲੀ ਦੋਸ਼ੀ ਸੀ ਉਹਨਾਂ ਨੂੰ ਫੜਨ ਦੀ ਗੱਲ ਨਹੀਂ ਸੀ ਹੁੰਦੀ ਕਿਉਂਕਿ ਉਹਦੇ ਪਿੱਛੇ ਸਰਕਾਰਾਂ ਦੇ ਆਪਣੇ ਮਨਸ਼ੇ ਸੀ। ਔਰ ਇਹ ਵੀ ਗੱਲ ਹੈ ਕਿ ਸ਼੍ਰੀਮਤੀ ਇੰਦਰਾ ਗਾਂਧੀ ਜੋ ਉਹਦੇ ਪ੍ਰਧਾਨ ਮੰਤਰੀ ਸੀ ਸਾਡੇ, ਉਹਨਾਂ ਦੇ ਸਲਾਹਕਾਰ ਵੀ ਉਹਨਾਂ ਨੂੰ ਗਲਤ ਮਿਲਦੇ ਰਹੇ। ਉਹਨਾਂ ਨੇ ਇਸ ਤਰ੍ਹਾਂ ਦੀਆਂ ਸਲਾਹਾਂ ਦਿੱਤੀਆਂ ਆਪਣੇ ਆਪਣੇ ਮੁਫਾਦਾਂ ਲਈ। ਔਰ ਇਹ ਘਟਨਾ ਜੋ ਵਾਪਰੀ ਇਹ ਸਾਰੀ ਜ਼ਿੰਦਗੀ ਜਿੰਨਾ ਚਿਰ ਤੱਕ ਇਹ ਸੂਰਜ ਰਹੇਗਾ, ਇਹ ਦੁਨੀਆ ਰਹੇਗੀ, ਉਦੋਂ ਤੱਕ ਇਹਦੀ ਪੀੜ ਹੁੰਦੀ ਰਹਿਣੀ ਹੈ, ਚਾਹੇ ਕੋਈ ਵੀ ਹੋਵੇ, ਕਿਉਂਕਿ ਦਰਬਾਰ ਸਾਹਿਬ ਨਾਲ ਸਾਰੇ ਧਰਮਾਂ ਦੇ ਲੋਕ ਜੁੜੇ ਆ। ਦਰਬਾਰ ਸਾਹਿਬ ਤੇ ਸਾਰੇ ਵਰਨਾਂ ਦੇ ਲਈ ਸਾਂਝਾ। ਹੈਲੋ 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 ਹਾਂਜੀ, ਸਾਡੀ ਕਾਲ ਇਹਨਾਂ ਨਾਲ ਜੁੜ ਰਹੀ ਸੀ ਪਰ ਹਾਂਜੀ 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 ਮਹਿੰਦਰ ਸਿੰਘ ਬੋਲ ਰਿਹਾ ਜੀ ਸਰੀ ਤੋਂ। ਜੀ ਮਹਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ? ਵੇਖੋ ਜਿਹੜਾ ਇਹ ਜੂਨ ਦਾ ਮਹੀਨਾ ਇਹ ਹਫਤਾ ਹੈ ਤੇ ਇਹ ਹੈ ਤੀਸਰਾ ਘੱਲੂਘਾਰ ਆ ਤੇ ਇਹਦੇ ਨਾਲ ਹੀ ਜਿਹੜਾ ਨਵੰਬਰ 84 ਦੀ ਨਸਲਕੁਸ਼ੀ ਆ ਸਾਡੀ, ਇਹ ਨਾ ਤਾਂ ਭੁੱਲਣਯੋਗ ਹੈ ਨਾ ਭੁਲਾਇਆ ਜਾ ਸਕਦਾ ਹੈ ਜੀ। ਇਹ ਜ਼ਖਮ ਜਿਹੜਾ ਨਸੂਰ ਬਣ ਗਿਆ ਤੇ ਜਦੋਂ ਤੱਕ ਦੁਨੀਆ ਰਹੂਗੀ ਉਦੋਂ ਤੱਕ ਇਹ ਸਾਡੇ ਜ਼ਖਮ ਰਿਸਦੇ ਰਹਿਣਗੇ। ਤੇ ਹੁਣ ਜਿਹੜੀ ਗੱਲ ਆ ਰਹੀ ਹੈ ਸਾਹਮਣੇ ਕਿ ਭ੍ਰਿਸ਼ਟਾਚਾਰ ਤਾਂ ਦਿਨੋਂ ਦਿਨ ਵੱਧਦਾ ਜਾਣਾ, ਇਹ ਸਿਸਟਮ ਦਾ ਕਸੂਰ ਹੈ। ਜੇ ਅਸੀਂ ਇਹਨੂੰ ਲਈਏ ਤਾਂ ਇਸ ਹਮਾਮ 'ਚ ਸਾਰੇ ਸਿਆਸਤਦਾਨ ਨੰਗੇ ਆ। ਗੁਰਨਾਮ ਸਿੰਘ ਨੇ ਇੱਕ ਕਿਤਾਬ ਲਿਖੀ ਸੀ ਭਾਰਤੀ ਲੋਕ ਨੀਚ ਕਿਵੇਂ ਬਣੇ। ਉਹ ਮਨੂ ਸਮ੍ਰਿਤੀ ਵਾਲੇ ਨੀਚ ਨਹੀਂ ਜੋ ਮੈਂ ਸਮਝਦਾ, ਨੀਚ ਹੈ ਇਹ ਸਿਆਸਤਦਾਨ। ਹੁਣ ਇਹਦਾ ਅਸਲ ਮੁੱਢ ਕਿੱਥੇ ਹੈ ਵੇਖਣ ਦੀ ਲੋੜ ਸਾਨੂੰ ਇਹ ਹੈ ਜੇ ਹੱਲ ਲੱਭਣਾ ਤਾਂ। ਦੇਖੋ ਜਦੋਂ ਤੋਂ ਜਿਹੜਾ ਨੇਸ਼ਨ ਸਟੇਟ ਦਾ ਸੰਕਲਪ 17ਵੀਂ ਸਦੀ 'ਚ ਆਇਆ ਯੂਰਪ ਦੇ ਵਿੱਚੋਂ, ਉਦੋਂ ਬਾਅਦ 1851 ਦੇ ਵਿੱਚ ਹੌਲੀਯੋਕ ਨੇ ਸੇਕਰਡ ਦੇ ਵਿਰੁੱਧ ਸੰਕਲਪ ਲੈ ਆਂਦਾ, ਕੰਸੈਪਟ ਲੈ ਆਂਦਾ ਆਪਣਾ ਤੁਹਾਡਾ ਧਰਮ ਨਿਰਪੱਖਤਾ ਦਾ, ਸੈਕੂਲਰ ਦਾ। ਹੁਣ ਇਹਦੇ ਆਧਾਰ ਤੇ ਜੋ ਕੁਝ ਹੋ ਰਿਹਾ ਹੈ, ਕੀ ਤੁਸੀਂ ਅਫਗਾਨਿਸਤਾਨ 'ਚ ਘੱਟ ਗਿਣਤੀਆਂ ਨਹੀਂ ਮਾਰੀਆਂ? ਇੰਗਲੈਂਡ 'ਚ ਨਹੀਂ ਹੋਇਆ, ਅਫਰੀਕਾ 'ਚ ਨਹੀਂ ਹੋਇਆ, ਅਮਰੀਕਾ 'ਚ ਨਹੀਂ ਹੋਇਆ, ਕੈਨੇਡਾ 'ਚ ਨਹੀਂ ਹੋਇਆ। ਘੱਟ ਗਿਣਤੀਆਂ ਨੂੰ ਹਰ ਥਾਂ ਤੇ ਦਰੜਿਆ ਜਾ ਰਿਹਾ ਕਿਉਂਕਿ ਜਿਹੜਾ ਇਹ ਨੇਸ਼ਨ ਸਟੇਟ ਦਾ ਸੰਕਲਪ ਹੈ, ਡੈਮੋਕ੍ਰੈਟਿਕ ਮਾਡਲ ਹੈ ਜਿਹੜਾ, ਉਹ ਮਾਡਲ ਬਹੁ ਗਿਣਤੀ ਤੇ ਆਧਾਰਿਤ ਹੈ, ਕੁਆਂਟਿਟੀ ਤੇ ਆਧਾਰਿਤ ਹੈ, ਕੁਆਲਿਟੀ ਤੇ ਆਧਾਰਿਤ ਨਹੀਂ। ਜਦੋਂ ਸੇਕਰਡ ਦੇ ਉਲਟ ਤੁਹਾਡਾ ਸੈਕੂਲਰ ਆ ਗਿਆ ਤੇ ਕੁਆਲਿਟੀ ਤਾਂ ਖਤਮ ਹੋ ਗਈ, ਰਹਿ ਗਈ ਕੁਆਂਟਿਟੀ। ਹੁਣ ਜਿਹੜੀ ਇਹ ਗੱਲ ਭਾਰਤ ਦੇ ਵਿੱਚ ਆਈ ਹੈ, ਅੰਗਰੇਜ਼ ਬੰਗਾਲ ਤੋਂ ਚੱਕ ਕੇ ਲੀਡਸ ਰਾਹੀਂ ਸਾਰੇ ਭਾਰਤ ਵਿੱਚ ਲਿਆਏ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹੜੀ ਗੱਲੋਂ ਮਾੜਾ ਸੀ? ਸਿੱਖਾਂ ਨਾਲ ਇਹ ਸਾਰੀ ਕਿਉਂ ਹੈ? ਦੁਨੀਆ ਦੀਆਂ ਸਾਰੀਆਂ ਘੱਟ ਗਿਣਤੀਆਂ ਜਿਹੜੇ ਅਣਖ ਨਾਲ ਜਿਉਣਾ ਚਾਹੁੰਦੇ ਆ, ਆਪਣੀ ਇੱਜ਼ਤ ਨਾਲ ਜਿਉਣਾ ਚਾਹੁੰਦੇ, ਇਮਾਨਦਾਰੀ ਨਾਲ ਜਿਉਣਾ ਚਾਹੁੰਦੇ ਆ, ਦੁਨੀਆ ਦੀ ਕੋਈ ਘੱਟ ਗਿਣਤੀ ਕਿਤੇ ਵੀ ਸੇਫ ਨਹੀਂ। ਜਦੋਂ ਤੱਕ ਇਹ ਮਾਡਲ ਡੈਮੋਕ੍ਰੇਸੀ ਦਾ, ਇਹ ਮਾਡਲ ਨੇਸ਼ਨ ਸਟੇਟ ਦਾ ਮਾਡਲ ਰਹੂਗਾ, ਉਦੋਂ ਤੱਕ ਲੋਕ ਬਹੁ ਗਿਣਤੀ ਨਾਲ ਵੋਟਾਂ ਲੈ ਕੇ ਹਰ ਢੰਗ ਵਰਤਣਗੇ ਤੇ ਮੁੜ ਕੇ ਇਹਨਾਂ ਨੂੰ ਮਿਹਨਤਕਸ਼ ਲੋਕਾਂ ਨੂੰ, ਅਣਖ ਨਾਲ ਜਿਉਣ ਵਾਲੇ ਲੋਕਾਂ ਨੂੰ ਹਮੇਸ਼ਾ ਇਹ ਲੁੱਟਦੇ ਤੇ ਕੁੱਟਦੇ ਰਹਿਣਗੇ। ਇਸ ਘੱਲੂਘਾਰੇ ਤੋਂ ਅਸੀਂ ਇੱਕ ਸਬਕ ਲਈਏ ਕਿ ਤੀਜਾ ਘੱਲੂਘਾਰ ਤਾਂ ਇਹਨਾਂ ਨੇ ਵਰਤਾਤਾ, ਜਿਹੜੇ ਇਹਨਾਂ ਦੇ ਮਨਸੂਬੇ ਚੌਥੇ ਘੱਲੂਘਾਰੇ ਦੇ ਨੇੜੇ ਆ ਰਹੇ ਨਾ, ਅੱਜ ਕੌਮ ਨੂੰ ਉਸ ਤੋਂ ਬਚਣ ਦੀ ਲੋੜ ਹੈ। ਤੁਸੀਂ ਜਾਗਰੂਕ ਕਰਦੇ ਰਹੋ। ਜੀ ਮਹਿੰਦਰ ਸਿੰਘ ਜੀ, ਗੱਲ ਤਾਂ ਠੀਕ ਹੈ। ਇਹ ਜੋ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹ ਵੀ ਉਸ ਪਾਸੇ ਵਾਲੀ ਸਰਕਾਰ ਵਧਾਉਣਾ ਚਾਹੁੰਦੀ ਹੈ ਕਿ ਉਸ ਕਿਸਮ ਦਾ ਘੱਲੂਘਾਰਾ ਕਰਕੇ ਫਿਰ ਪੰਜਾਬ ਦੇ ਲੋਕਾਂ ਨੂੰ ਕੁੱਟਿਆ, ਲੁੱਟਿਆ ਤੇ ਇਹਨਾਂ ਨੂੰ ਤੋੜਿਆ ਜਾ ਸਕੇ। ਇਹ ਸੱਚਮੁੱਚ ਅਫਸੋਸ ਦੀ ਗੱਲ ਹੈ। ਔਰ ਤੁਹਾਡੀ ਗੱਲ ਤੋਂ ਬੜੀ ਸਪਸ਼ਟ ਗੱਲ ਹੈ ਕਿ ਸਰਕਾਰਾਂ ਹੁਣ ਤਾਂ ਲੋਕਤੰਤਰ ਦੇ ਉਸ ਜੋ ਅਸੀਂ ਬਹੁ ਗਿਣਤੀ ਦੀ ਗੱਲ ਕਰਦੇ ਹਾਂ ਕਿ ਵਾਧੂ ਵੋਟਾਂ ਲੈ ਕੇ ਸਰਕਾਰ ਬਣਦੀ ਹੈ, ਜਿਹੜਾ ਵਾਧੂ ਵੋਟਾਂ ਲੈ ਜਾਂਦਾ ਹੈ ਉਹ ਸਰਕਾਰ ਬਣਾਊਗਾ, ਉਹ ਜਿੱਤੂਗਾ, MLA ਤੇ MP ਬਣੂਗਾ। ਇਹਦੇ ਉੱਤੇ ਵੀ ਸਵਾਲ ਹੈ ਕਿ ਘੱਟੋ ਘੱਟ ਵੋਟ ਦੀ ਗਿਣਤੀ ਜਿਹੜੀ ਹੈ ਉਹ ਹੋਣਾ ਚਾਹੀਦਾ ਕਿ ਜਿਹੜਾ 50% ਤੋਂ ਵੱਧ ਵੋਟਾਂ ਲਵੇ ਉਹ ਹੀ ਜੇਤੂ ਹੋਣਾ ਚਾਹੀਦਾ। ਇਹ ਨਹੀਂ ਕਿ 30% ਵੋਟਾਂ ਲੈ ਕੇ 32% ਵੋਟਾਂ ਲੈ ਕੇ
ਤੁਸੀਂ ਜਿੱਤ ਗਏ ਤੇ ਫਿਰ ਸਰਕਾਰਾਂ ਬਣਾ ਲਈਆਂ ਤਾਂ ਮਾਈਨੋਰਟੀਜ਼ ਦਾ ਇਹੀ ਹਾਲ ਫਿਰ ਰਹਿਣਾ, ਕਿਉਂਕਿ ਲੋਕਾਂ ਨੂੰ ਤੋੜਿਆ ਜਾਂਦਾ ਹੈ, ਵਰਗਾਂ 'ਚ ਤੋੜ ਕੇ, ਵੰਡ ਕੇ, ਵੋਟਾਂ ਵੰਡ ਕੇ, ਤੇ ਫਿਰ ਜੋ ਪਾਰਟੀ ਅੱਗੇ ਆਉਣਾ ਚਾਹੁੰਦੀ ਉਹ ਆਪਣੀ ਸਕੀਮ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ। ਜਿਵੇਂ ਹੁਣ ਤੁਸੀਂ ਵੇਖਦੇ ਹੋ ਕੇਂਦਰ ਦੇ ਵਿੱਚ ਵੀ ਜਿਹੜੀ ਪਾਰਟੀ ਆਈ ਹੈ ਜਾਂ ਬਾਕੀ ਸੂਬਿਆਂ ਦੇ ਵਿੱਚ ਵੀ ਪਾਰਟੀਆਂ ਆਉਂਦੀਆਂ ਨੇ, ਉਹਨਾਂ ਕੋਲ ਕਿੰਨਾ ਕੁ ਵੋਟ ਬੈਂਕ ਹੁੰਦਾ। ਬਹੁਤਾ ਵੋਟ ਬੈਂਕ ਤਾਂ ਵੰਡਿਆ ਜਾਂਦਾ ਹੈ, ਬਹੁਤੇ ਲੋਕ ਵੋਟਾਂ ਹੀ ਨਹੀਂ ਪਾਉਂਦੇ, 10-15% ਤਾਂ ਲੋਕ ਵੋਟ ਹੀ ਨਹੀਂ ਪਾਉਣ ਜਾਂਦੇ ਹੈਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਮੇਵਾਲੀ ਜੀ, ਸਮੇਵਾਲੀ ਸਾਹਿਬ। ਸਰ ਬੇਨਤੀ ਹੈ ਕਿ ਵੀ ਹਰ ਵਾਰ ਸੰਘਰਸ਼ ਦੇ ਵਿੱਚ ਨਾ ਸਰਕਾਰਾਂ ਨੇ ਜਿਹੜੇ ਸ਼ਰਾਰਤੀ ਲੋਕ ਵਾੜ ਦਿੰਦੀਆਂ ਨੇ ਤੇ ਮਗਰ ਉਹਨਾਂ ਤੋਂ ਅਦਾਲਤਾਂ 'ਚ ਜਾ ਕੇ ਬਿਆਨ ਦਵਾ ਦਿੰਦੇ ਨੇ ਵੀ ਅਸੀਂ ਗਲਤ ਸਮੇਂ ਗਲਤ ਜਗ੍ਹਾ ਉੱਤੇ ਸੀ ਜੀ, ਉਹ ਬਚ ਨਿਕਲਦੇ ਨੇ ਜੀ। ਤੇ ਮਾਰੇ ਭੋਲੇ ਭਾਲੇ ਲੋਕ ਜਾਂਦੇ ਨੇ, 5-7% ਲੋਕ ਸਮਝ ਜਾਣਾ ਜੀ ਤੇ ਬਦਲਾ ਆ ਸਕਦਾ ਹੈ ਜੀ। ਨਿੱਠ ਕੇ ਸੋਚਣ ਵੀ ਅਸੀਂ ਕਿਵੇਂ ਬਚਦੇ ਆ। ਥੈਂਕ ਯੂ ਸਰ। ਵਾਹ ਜੀ ਵਾਹ, ਬਿਲਕੁਲ ਠੀਕ ਹੈ ਤੁਹਾਡੀ। ਸੋਚਣਾ ਪੈਣਾ ਪਹਿਲਾਂ ਸਾਰਿਆਂ ਨੂੰ ਕਿ ਬਚਣਾ ਕਿਵੇਂ ਹੈ। ਔਰ ਗੱਲ ਇਹ ਵੀ ਹੁੰਦੀ ਹੈ ਕਿ ਲੋਕਾਂ ਦੇ ਵਿੱਚ ਜਿੰਨਾ ਚਿਰ ਲੋਕਾਂ ਦੇ ਵਿੱਚ ਜਾਗਰੂਕਤਾ ਕਿਵੇਂ ਆਊਗੀ? ਜਾਗਰੂਕਤਾ ਤੇ ਮੀਡੀਆ ਲਿਆਏਗਾ, NGOs ਲਿਆਉਣਗੀਆਂ, ਲੀਡਰ ਲੈ ਕੇ ਆਉਣਗੇ, ਔਰ ਜੋ ਲੋਕ ਸੱਚ ਦੇ ਨਾਲ ਚੱਲਦੇ ਆ। ਜਿਵੇਂ ਹੁਣ ਇਹ ਜਾਗਰੂਕਤਾ ਦਾ ਕਿੱਡਾ ਵੱਡਾ ਉਦਾਹਰਨ ਹੈ ਕਿ ਪੰਜਾਬ ਦੇ ਕਿਸਾਨ ਉੱਠ ਕੇ ਆਪਣੇ ਹੱਕਾਂ ਦੇ ਲਈ ਦਿੱਲੀ ਬੈਠੇ ਹੋਏ ਆ ਜਾ ਕੇ, ਔਰ ਇਸ ਤੋਂ ਵੱਡੀ ਜਾਗਰੂਕਤਾ ਕੀ ਹੋ ਸਕਦੀ ਹੈ? ਜੇ ਹੁਣ ਵੀ ਲੋਕ ਸੁੱਤੇ ਰਹਿਣਗੇ, ਉਹਨਾਂ ਦੇ ਨਾਲ ਨਹੀਂ ਜੁੜਨਗੇ ਬਹੁਤੇ ਲੋਕ, ਤੇ ਫਿਰ ਤੇ ਨੁਕਸਾਨ ਤੇ ਆਮ ਬੰਦੇ ਦਾ ਹੀ ਜਿਹੜਾ ਹੋਣਾ। ਹੈਲੋ ਜੀ, ਬੜਾਚ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ ਜੀ, ਮੈਂ ਜਸਪਾਲ ਸਿੰਘ ਬੋਲ ਰਿਹਾ ਕੈਨੇਡਾ ਤੋਂ। ਜੀ ਜਸਪਾਲ ਸਿੰਘ ਜੀ। ਹਾਂ ਜੀ, ਮੈਂ ਕੱਲ ਤੁਹਾਡੇ ਹੁਣ ਇੱਕ ਕਾਲਰ ਕਹਿ ਕੇ ਗਏ ਆ ਵੀ ਜਿਹੜਾ ਵਿੰਸਟਨ ਚਰਚਿਲ ਹੈ ਉਹਨੇ ਇੰਡੀਆ ਨੂੰ ਆਜ਼ਾਦੀ ਦਿੱਤੀ ਸੀ, ਉਹਨੇ ਨਹੀਂ ਸੀ ਦਿੱਤੀ ਆਜ਼ਾਦੀ ਹੈ ਜੀ। ਦੇਖੋ ਵਿੰਸਟਨ ਚਰਚਿਲ ਲੜਾਈ ਜਿੱਤ ਗਿਆ ਸੀ ਪਰ ਇਲੈਕਸ਼ਨ ਹਾਰ ਗਿਆ ਸੀ, ਜਨਰਲ ਇਲੈਕਸ਼ਨ, ਤੇ ਉਹ ਵਿੰਸਟਨ ਚਰਚਿਲ ਨਹੀਂ ਸੀ। ਤੇ ਉਸ ਵੇਲੇ ਜਿਹੜਾ ਲੇਬਰ ਪਾਰਟੀ ਦਾ ਲੀਡਰ ਸੀ ਐਟਲੀ, ਉਹਨੇ ਕਿਹਾ ਸੀ ਕਿ ਅਸੀਂ ਜੇ ਇਲੈਕਸ਼ਨ ਜਿੱਤੀ ਤਾਂ ਅਸੀਂ ਇੰਡੀਆ ਨੂੰ ਆਜ਼ਾਦੀ ਦੇ ਦੇਵਾਂਗੇ ਜੀ। ਜਦੋਂ ਫਿਰ ਵਿੰਸਟਨ ਚਰਚਿਲ ਹਾਰ ਗਿਆ ਸੀ ਇਲੈਕਸ਼ਨ ਉਹਦਾ ਤਾਂ ਵਾਰ ਦਾ ਹੀਰੋ, ਅੱਜ ਵੀ ਉਹਨੂੰ ਹੀਰੋ ਗਿਣਿਆ ਜਾਂਦਾ, ਪਰ ਉਹ ਇਲੈਕਸ਼ਨ ਹਾਰ ਗਿਆ ਸੀ, ਲੇਬਰ ਪਾਰਟੀ ਜਿੱਤ ਗਈ ਸੀ ਜੀ। ਉਹ ਲੇਬਰ ਪਾਰਟੀ ਵਾਲਿਆਂ ਨੇ ਇੱਕ ਵਾਅਦਾ ਕੀਤਾ ਸੀ ਕਿ ਅਸੀਂ ਹਿੰਦੁਸਤਾਨ ਨੂੰ ਆਜ਼ਾਦ ਕਰ ਦਿਆਂਗੇ। ਇਸ ਕਰਕੇ ਜਿਹੜਾ ਵਿੰਸਟਨ ਚਰਚਿਲ ਨੇ ਉਹਨੇ ਆਜ਼ਾਦੀ ਨਹੀਂ ਸੀ, ਜੇ ਵਿੰਸਟਨ ਜਿੱਤ ਜਾਂਦਾ ਸ਼ਾਇਦ ਹਿੰਦੁਸਤਾਨ ਆਜ਼ਾਦ ਨਾ ਹੁੰਦਾ। ਜਸਪਾਲ ਜੀ, ਦਰੁਸਤੀ ਕਰਨ ਲਈ ਸ਼ੁਕਰੀਆ। ਫੈਕਟਸ ਕਈ ਵਾਰੀ ਜਿਹੜੇ ਆ ਕਿਉਂਕਿ ਪੁਰਾਣੇ ਇਤਿਹਾਸਕ ਫੈਕਟ ਹੈ, ਸੋ ਸ਼ੁਕਰੀਆ ਦਰੁਸਤੀ ਕਰਨ ਦੇ ਲਈ। ਗੱਲ ਇਹ ਹੈ ਕਿ ਹੁਣ ਅਖੀਰ ਦੇ ਵਿੱਚ ਗੱਲ ਇਹ ਨਿਬੜਦੀ ਆ ਕਿ ਪਿਛਲੇ ਸਮੇਂ ਦੇ ਦੌਰਾਨ ਘੱਟ ਗਿਣਤੀਆਂ ਦੇ ਉੱਤੇ ਹਮਲੇ ਹੁੰਦੇ ਰਹੇ ਨੇ, ਅੱਗੋਂ ਹੁੰਦੇ ਰਹਿਣਗੇ। ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਇਸ ਸਮੇਂ ਦੇ ਦੌਰਾਨ ਰਾਜਨੀਤਿਕ ਪਾਰਟੀਆਂ ਨੇ ਆਪਣੇ ਘਰ ਭਰੇ ਨੇ, ਭ੍ਰਿਸ਼ਟਾਚਾਰ ਵਧਿਆ, ਨੌਜਵਾਨਾਂ ਦੇ ਵਿੱਚ ਵੱਡੇ ਪੱਧਰ 'ਤੇ ਬੇਚੈਨੀ ਫੈਲੀ ਹੈ, ਔਰ ਇਹਦੀ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਭਰਪਾਈ ਨਹੀਂ ਹੁੰਦੀ ਤਾਂ ਕਿਸੇ ਵੱਡੇ ਨੁਕਸਾਨ ਵੱਲ ਅਸੀਂ ਵੱਧ ਰਹੇ ਹੋਵਾਂਗੇ, ਕਿਉਂਕਿ ਸਮਾਜ ਦੇ ਵਿੱਚ ਟੁੱਟ ਭੱਜ ਹੁੰਦੀ ਹੈ ਜਦੋਂ, ਉਹਦਾ ਬੜਾ ਵੱਡਾ ਨੁਕਸਾਨ ਹੁੰਦਾ ਹੈ ਆਉਣ ਵਾਲੀਆਂ ਨਸਲਾਂ ਦੇ ਲਈ। ਇਸ ਆਸ ਦੇ ਨਾਲ ਕਿ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਂਤੀ ਵਰਤਾਏ, ਕਿਸਾਨ ਜਿੱਤ ਕੇ ਵਾਪਸ ਆਉਣ ਤੇ ਅਸੀਂ ਆਪਣੇ ਸਮਾਜ ਨੂੰ ਅੱਗੇ ਲਿਜਾਣ ਵਿੱਚ ਇਸੇ ਤਰ੍ਹਾਂ ਇਹ ਖਿੱਤਾ ਅੱਗੇ ਵੱਧਦਾ ਰਹੇ, ਲੋਕਾਂ ਨੂੰ ਜਾਗਰੂਕ ਕਰਨ ਵਿੱਚ ਇਸੇ ਤਰ੍ਹਾਂ ਸੱਚ ਤੇ ਹੱਕ ਲਈ ਲੜਦਾ ਰਹੇ। ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਲਈ ਮੈਨੂੰ ਦਿਓ ਆਗਿਆ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।